ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਤੁਸੀਂ ਹੈਰਾਨ ਹੋ ਰਹੇ ਹੋਗੇ ਕਿ ਹੈਲਥ ਟਾਕ ਦੇ ਵਿੱਚ ਅੱਜ ਮੈਂ ਬਾਹਰ ਕਿਵੇਂ, ਕਿਉਂਕਿ ਹੈਲਥ ਟਾਕ ਤੁਸੀਂ ਹਮੇਸ਼ਾ ਸਟੂਡੀਓ ਦੇ ਵਿੱਚ ਦੇਖਿਆ ਸੀ ਔਰ ਅੱਜ ਅਸੀਂ ਤੁਹਾਨੂੰ ਸਪੈਸ਼ਲੀ ਲੈ ਕੇ ਆਏ ਹਾਂ ਚੰਡੀਗੜ੍ਹ ਆਯੁਰਵੈਦ ਐਂਡ ਪੰਚਕਰਮਾ ਸੈਂਟਰ, ਜਿੱਥੋਂ ਕਿ ਵੈਦ ਜਗਜੀਤ ਸਿੰਘ ਜੀ ਸਾਡੇ ਨਾਲ ਹਮੇਸ਼ਾ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ। ਸੋ ਅੱਜ ਚਾਹਿਆ ਕਿ ਤੁਹਾਨੂੰ ਕਿਉਂ ਨਾ ਚੰਡੀਗੜ੍ਹ ਆਯੁਰਵੈਦ ਅਤੇ ਪੰਚਕਰਮਾ ਸੈਂਟਰ ਲਿਜਾਇਆ ਜਾਵੇ ਤੇ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਲਾਜ ਹੁੰਦਾ ਔਰ ਕਿਸ ਤਰੀਕੇ ਦੇ ਨਾਲ ਪੰਚਕਰਮਾ ਦੀ ਕਿਰਿਆ ਹੁੰਦੀ ਹੈ ਔਰ ਆਯੁਰਵੇਦ ਬਾਰੇ ਵੀ ਹੋਰ ਕਈ ਖਾਸ ਗੱਲਾਂ ਦੱਸਾਂਗੇ। ਆਯੁਰਵੇਦ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਅਸੀਂ ਗੱਲ ਸੁਣਦੇ ਹਾਂ ਵਾਤ ਪਿੱਤ ਤੇ ਕਫ, ਇਹਦੇ ਨਾਲ ਕਿਵੇਂ ਪਤਾ ਲੱਗਦਾ ਹੈ, ਕਿਵੇਂ ਸਰੀਰ ਦੀ ਜਿਹੜੀ ਬਿਮਾਰੀਆਂ ਠੀਕ ਹੁੰਦੀਆਂ ਨੇ। ਸੋ ਡਿਟੇਲ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ। ਆ ਜਾਓ ਸ਼ੁਰੂ ਕਰਦੇ ਹਾਂ। ਸੋ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਜੀ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦੇ, ਔਰ ਵੈਦ ਸਾਹਿਬ ਸਾਹਮਣੇ ਬੈਠੇ ਨੇ। ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਕੀ ਹਾਲ ਹੈ ਸ਼ੇਖਰ ਜੀ, ਠੀਕ ਹੋ? ਬਹੁਤ ਵਧੀਆ। ਆਓ ਬੈਠੋ। ਅਸੀਂ ਅਕਸਰ ਦਰਸ਼ਕਾਂ ਨੂੰ ਜਿਹੜਾ ਤੁਹਾਡੇ ਨਾਲ ਮੁਲਾਕਾਤ ਕਰਵਾਈ ਹੈ ਜਦੋਂ ਤੁਸੀਂ ਸਟੂਡੀਓ ਆਉਂਦੇ ਹੋ। ਸੋ ਅੱਜ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਡੇ ਸੈਂਟਰ ਆਇਆ ਜਾਵੇ ਤੇ ਦਰਸ਼ਕਾਂ ਨੂੰ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਟ੍ਰੀਟਮੈਂਟ ਹੁੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਪੰਚਕਰਮਾ ਦੀ ਕਿਰਿਆ ਵੀ ਹੁੰਦੀ ਹੈ। ਉਹ ਜਿਹੜੀ ਹੈ ਉਹਨੂੰ ਅਸੀਂ ਸਪੈਸ਼ਲੀ ਦੇਖਣ ਦੇ ਲਈ ਆਏ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਬਹੁਤ ਅੱਛਾ ਕੀਤਾ ਕਿਉਂਕਿ ਤੁਸੀਂ ਅਕਸਰ ਇਹ ਆਪਣੇ ਇੰਟਰਵਿਊ ਦੇ ਵਿੱਚ ਦਰਸ਼ਕਾਂ ਨੂੰ ਇਹ ਦੱਸਦੇ ਆ ਵੀ ਪੰਚਕਰਮਾ ਜਿਹੜਾ ਐਕਸਟਰਨਲ ਟ੍ਰੀਟਮੈਂਟ ਹੈ ਬੋਡੀ ਦਾ ਕਿੰਨਾ ਕੁ ਉਪਯੋਗੀ ਹੁੰਦਾ, ਕਿੰਨਾ ਕੁ ਇੰਪੋਰਟੈਂਟ ਹੁੰਦਾ ਹੈਗਾ। ਔਰ ਤੁਸੀਂ ਅੱਜ ਆਏ ਹੋ, ਤੁਹਾਨੂੰ ਅਸੀਂ ਪ੍ਰੈਕਟੀਕਲੀ ਦਿਖਾਵਾਂਗੇ ਵੀ ਅਸੀਂ ਉਹ ਥੈਰੇਪੀਜ਼ ਕਿਸ ਤਰ੍ਹਾਂ ਕਰਦੇ ਹਾਂ, ਕੀ ਕਾਹਦੇ ਰੋਗਾਂ ਵਾਸਤੇ ਕਿੰਨੀ ਕੁ ਜ਼ਿਆਦਾ ਉਪਯੋਗੀ ਹੁੰਦੀ ਹੈ, ਕਿੰਨੀ ਕੁ ਇੰਪੋਰਟੈਂਟ ਹੁੰਦੀ ਹੈ, ਕਿੰਨੀ ਅਸੀਂ ਬਹੁਤ ਸਾਰੀਆਂ ਦਵਾਈਆਂ ਖਾਣ ਤੋਂ ਬਚ ਸਕਦੇ ਹਾਂਗੇ, ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ। ਤੁਹਾਡਾ ਪਹਿਲਾਂ ਦਾ ਸਵਾਗਤ। ਔਰ ਫਿਰ ਮੈਂ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਸਾਡੇ ਲੋਕ ਸੁਣ ਰਹੇ ਨੇ ਦੇਸ਼ ਵਿਦੇਸ਼ ਬੈਠੇ, ਉਹਨਾਂ ਨੂੰ ਰਿਪਬਲਿਕ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਇਹ ਜਿਹੜਾ 26 ਜਨਵਰੀ ਦਾ ਰਿਪਬਲਿਕ ਡੇ ਹੈ, ਇਹਨਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਮੁਬਾਰਕਾਂ ਜੀ। ਔਰ ਅੱਜ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਤੁਹਾਨੂੰ ਚੰਡੀਗੜ੍ਹ ਆਯੁਰਵੇਦ ਤੇ ਪੰਚਕਰਮਾ ਸੈਂਟਰ ਦੇਖਣ ਨੂੰ ਮਿਲੇਗਾ, ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਯੁਰਵੇਦ ਟ੍ਰੀਟਮੈਂਟ ਹੁੰਦਾ ਆਖਿਰ ਕਿਵੇਂ ਹੈ। ਸੋ ਵੈਦ ਸਾਹਿਬ, ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਵਾਤ ਪਿੱਤ ਕਫ, ਇਹਦੀ ਹਮੇਸ਼ਾ ਅਸੀਂ ਅਕਸਰ ਆਪਣੇ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਹਾਂ ਜਦੋਂ ਵੀ ਤੁਸੀਂ ਸ਼ੋਅ ਦੇ ਵਿੱਚ ਆਉਂਦੇ ਹੋ, ਔਰ ਦਰਸ਼ਕਾਂ ਨੂੰ ਅਸੀਂ ਦੱਸਦੇ ਹਾਂ ਵਾਤ ਪਿੱਤ ਕਫ ਅਸਲ ਦੇ ਵਿੱਚ ਹੁੰਦਾ ਕੀ ਹੈ ਤੇ ਕਿਵੇਂ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਜਿਹੜਾ ਹੈ ਵਾਤ ਪਿੱਤ ਕਫ ਦੇਖ ਕੇ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਇੱਕ ਚੀਜ਼ ਕਹਿਣਾ ਹੁੰਦਾ ਸ਼ੇਖਰ ਜੀ, ਅਗਰ ਤੁਹਾਡੀ ਡਾਇਗਨੋਸਿਸ ਦਾ ਸਕਿੱਲ ਠੀਕ ਹੈ, ਨਿਦਾਨ ਕਹਿੰਦੇ ਅਸੀਂ ਉਹਨੂੰ ਆਯੁਰਵੇਦ ਦੇ ਵਿੱਚ, ਅਗਰ ਤੁਹਾਨੂੰ ਡਾਇਗਨੋਜ਼ ਪੇਸ਼ੈਂਟ ਨੂੰ ਠੀਕ ਕਰ ਲਵੋ ਤਾਂ ਤੁਸੀਂ ਕਦੇ ਵੀ ਟ੍ਰੀਟਮੈਂਟ ਦੇ ਵਿੱਚ ਮਾਰ ਨਹੀਂ ਖਾਓਗੇ। ਉਹ ਚਿਕਿਤਸਾ ਕਰਨੀ ਕੋਈ ਜ਼ਿਆਦਾ ਔਖੀ ਨਹੀਂ ਹੈ ਜੀ। ਜਿਹੜਾ ਅਸਲੀ ਸਕਿੱਲ ਹੈ ਉਹ ਡਾਇਗਨੋਸਿਸ ਹੈ। ਉਹ ਡਾਇਗਨੋਸਿਸ ਆਯੁਰਵੇਦ ਦੇ ਵਿੱਚ ਹੀ ਨਹੀਂ, ਹੁਣ ਤਾਂ ਇਹ ਹਰੇਕ ਪੈਥੀ ਹਰੇਕ ਸਾਇੰਸ ਮੰਨਦੀ ਹੈ ਵੀ ਇਹ ਤਿੰਨ ਇੱਕ ਬਾਡੀ ਦੇ ਐਸੇ ਫੈਕਟਰ ਨੇਗੇ ਜੀ। ਦੇਖੋ, ਅਸੀਂ ਜਦੋਂ ਬੰਦਾ ਪੈਦਾ ਹੁੰਦਾ ਹੈ ਉਹ 'ਚ ਆਪਾਂ ਕਹਿੰਦੇ ਉਹਦਾ DNA ਹੈ, ਉਹ ਕਦੇ ਚੇਂਜ ਨਹੀਂ ਹੁੰਦਾ। ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਕਦੇ ਵੀ ਪ੍ਰਕਿਰਤੀ ਕਿਸੇ ਬੰਦੇ ਦੀ ਬੇਸਿਕ ਪ੍ਰਕਿਰਤੀ ਕਦੇ ਚੇਂਜ ਨਹੀਂ ਹੁੰਦੀ। ਜੋ ਆਪਦੇ ਪੇਰੈਂਟਸ ਤੋਂ ਲੈ ਕੇ ਆਉਂਦਾ ਹੈ, ਜਿਹੇ ਜਿਹੇ ਮਾਹੌਲ ਐਟਮੋਸਫੀਅਰ, ਜਿਸ ਤਰ੍ਹਾਂ ਦੀ ਕੁੱਖ 'ਚੋਂ ਕਹਿੰਦੇ ਆਪਾਂ ਪੈਦਾ ਹੁੰਦਾ ਹੈਗਾ, ਉਹ ਇੱਕ ਹੈਰੀਡਿਟਰੀ ਕਈ ਚੀਜ਼ਾਂ ਨਾਲ ਲੈ ਕੇ ਆਉਂਦਾ ਹੈਗਾ। ਬਾਤ ਪਿੱਤ ਕਫ ਜਿਹੜਾ ਤੁਸੀਂ ਪਰਟੀਕੂਲਰ ਪੁੱਛ ਰਹੇ ਹੋਗੇ, ਬਾਤ ਦਾ ਮੀਨਸ ਹੈਗਾ ਏਅਰ ਐਲੀਮੈਂਟ। ਅੱਛਾ। ਪਿੱਤ ਦਾ ਮਤਲਬ ਹੈ ਫਾਇਰ ਐਲੀਮੈਂਟ, ਕਫ ਦਾ ਮਤਲਬ ਹੈ ਵਾਟਰ ਰਿਟੈਂਸ਼ਨ। ਇਹ ਤਿੰਨੇ ਜਿਹੜੇ ਐਲੀਮੈਂਟ ਨੇ, ਅਗਰ ਇਹ ਸਾਮਿਆ ਅਵਸਥਾ 'ਚ, ਆਯੁਰਵੇਦ ਵਿੱਚ ਕਹਿੰਦੇ ਅਗਰ ਇਹ ਬੈਲੈਂਸ ਨੇਗੇ ਤਾਂ ਸਾਡੀ ਬਾਡੀ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ। ਔਰ ਬਾਡੀ ਆਪਦੀ ਏਜ ਦੇ ਮੁਤਾਬਕ ਗਰੋ ਕਰਦੀ ਹੈ। ਔਰ ਗਰੋ ਕਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ। ਦੇਖੋ, ਸਾਡੇ ਬਾਡੀ 'ਚ ਨੈਚੁਰਲੀ ਕਿੰਨੇ ਸਿਸਟਮ ਚੱਲਦੇ ਨੇ ਜੀ, ਲੇਕਿਨ ਜੇ ਬੇਸਿਕਲੀ ਸਾਨੂੰ ਅਸੀਂ ਜੋ ਖਾਂਦੇ ਹਾਂ ਉਹ ਠੀਕ ਪਚ ਜਾਵੇ, ਜੋ ਟੌਕਸਿਕ ਹੈ ਉਹ ਠੀਕ ਬਾਡੀ 'ਚੋਂ ਬਾਹਰ ਨਿਕਲ ਜਾਵੇ, ਜੋ ਸਾਡਾ ਨੀਂਦ ਦਾ ਪ੍ਰਕਿਰਿਆ ਉਹ ਸਾਨੂੰ ਪੂਰੀ ਆ ਜਾਵੇ, ਜੋ ਸਾਡਾ ਜਿਹੜਾ ਸੱਤੇ ਧਾਤੂਆਂ ਨੇ ਖਾਣ ਤੋਂ ਬਾਅਦ ਤਾਂ ਹੀ ਪਤਾ ਲੱਗੇਗਾ ਨਾ, ਜੋ ਸਾਨੂੰ ਡਾਈਜੈਸਟ ਹੋ ਜਾਵੇ ਅਤੇ ਸੱਤੇ ਧਾਤੂਆਂ ਦਾ ਠੀਕ ਪੋਸ਼ਣ ਹੋ ਜਾਵੇ। ਔਰ ਸਾਡੇ ਐਕਸਕ੍ਰੀਟ ਜਿਹੜੇ ਨੇਗੇ ਉਹ ਟੌਕਸਿਕ, ਚਾਹੇ ਮਲ ਹੈ ਮੂਤਰ ਹੈ, ਉਹ ਠੀਕ ਨਿਕਲਦਾ ਰਹੇ। ਔਰ ਮਾਨਸਿਕ ਤੌਰ 'ਤੇ ਵਿਅਕਤੀ ਮਤਲਬ ਕਿ ਜ਼ਿਆਦਾ ਸਟਰੈਸ ਲੈ ਕੇ ਨਾ ਜੀਵੇ। ਇਹ ਸਾਰੀ ਇੱਕ ਸ਼ਲੋਕ ਵੀ ਹੈਗਾ, ਸਮ ਦੋਸ਼ਾ ਸਭ ਅਗਨਿਸ਼ ਸਮ ਧਾਤੂ ਮਲ ਕਰਿਆ ਪ੍ਰਸੰਨਾਤਮਿੰਦਰਿਆ ਮਨਾ ਸਵਸਥ ਅਦਵਿਧੀਆ। ਤੇ ਮਤਲਬ ਕਿ ਜਿਸ ਵਿਅਕਤੀ ਦੇ ਸਮ ਦੋਸ਼, ਜਿਹੜੇ ਤੁਸੀਂ ਤਿੰਨੇ ਦੋਸ਼ਾਂ ਦੀ ਗੱਲ ਕਰ ਰਹੇ ਹੋ, ਸਮ ਦੋਸ਼ਾ ਸਭ ਅਗਨਿਸ਼, ਮਤਲਬ ਕਿ ਅਗਨੀ ਜਿਹੜੀ ਸਾਡੀ ਉਹ ਠੀਕ ਅਡੋਪਟ ਕਰਦੀ ਰਹੇ, ਜੋ ਅਸੀਂ ਖਾਂਦੇ ਹਾਂ ਉਹਨੂੰ ਠੀਕ ਪਹੁੰਚਾਉਂਦੀ ਰਹੇ। ਸਮ ਧਾਤੂ ਮਲ ਕਰਿਆ,
ਸਾਡੇ ਜਿਹੜੇ ਧਾਤੂਆਂ ਦਾ ਉਹਨਾਂ ਦਾ ਠੀਕ ਪੋਸ਼ਣ ਹੁੰਦਾ ਰਹੇ, ਮਲ ਪ੍ਰੋਪਰ ਨਿਕਲਦਾ ਰਹੇ। ਜੀ ਪ੍ਰਸੰਨਾਤਮਿੰਦਰਿਆ ਮਨਾ, ਜੇ ਮਨ ਪ੍ਰਸੰਨ ਨਹੀਂ ਹੈ ਤਾਂ ਵੀ ਵਿਅਕਤੀ ਸਵਸਥ ਨਹੀਂ ਹੈ। ਜੀ ਦੇਖੋ ਕਿੰਨਾ ਸਾਡੇ ਸ਼ਾਸਤਰੀਆਂ ਕੋਲੇ ਜਾਂ ਸਾਡੇ ਉਹ ਸਾਇੰਟਿਸਟਾਂ ਕੋਲੇ, ਆਯੁਰਵੇਦ ਦੇ ਪੁਰਖਾਂ ਕੋਲੇ, ਆਯੁਰਵੇਦ ਦੇ ਵਿਦਵਾਨਾਂ ਕੋਲੇ ਕਿੰਨੀ ਦਿਵਯ ਦ੍ਰਿਸ਼ਟੀ ਸੀ। ਅੱਜ ਜਿਹੜੀ ਉਹ ਹਜ਼ਾਰਾਂ ਸਾਲ ਪਹਿਲਾਂ ਇੱਕ ਸਵਸਥ ਵਿਅਕਤੀ ਦੀ ਡੈਫੀਨੇਸ਼ਨ ਲਿਖ ਕੇ ਗਏ ਨੇ, ਡਿਫਾਈਨ ਕਰਕੇ ਗਏ ਨੇ, ਅੱਜ ਦੇ ਯੁੱਗ ਵਿੱਚ ਵੀ ਉਹੀ ਯਥਾਰਥ ਹੈ ਵੀ ਜਦ ਤੱਕ ਮਨ ਪ੍ਰਸੰਨ ਨਹੀਂ ਹੋਏਗਾ। ਅੱਜ ਸ਼ੇਖਰ ਜੀ ਤੁਸੀਂ ਦੇਖ ਰਹੇ ਹੋਗੇ ਕਿੰਨੇ ਲੋਕਾਂ ਨੂੰ ਜ਼ਿਆਦਾਤਰ ਸਟ੍ਰੈਸ ਰਹਿੰਦੀ ਹੈ। ਕਈਆਂ ਨੂੰ ਨੌਕਰੀ ਦੀ ਸਟ੍ਰੈਸ, ਕਈਆਂ ਨੂੰ ਜ਼ਿਆਦਾ ਵਧੀਆ ਨੌਕਰੀ ਮਿਲ ਗਈ, ਉਹਨਾਂ ਦੇ ਭੈਣ ਭਾਈਆਂ ਨੂੰ ਨਹੀਂ ਮਿਲੀ, ਉਹਨੂੰ ਸਟ੍ਰੈਸ। ਕਈਆਂ ਮਤਲਬ ਕਿ ਹਰੇਕ ਨੂੰ ਬਿਜ਼ਨਸ ਦਾ, ਆਪਣੀ ਜੌਬ ਦਾ, ਬੱਚਿਆਂ ਦਾ, ਪੜ੍ਹਾਈ ਦਾ, ਕਿੰਨੇ ਚੀਜ਼ਾਂ ਨਾਲ ਜਿਹੜਾ ਹੈ ਨਾ ਵਿਅਕਤੀ ਘਿਰਿਆ ਹੋਏਗਾ। ਉਹ ਕਿਸੇ ਵੀ ਕੰਟਰੀ 'ਚ ਰਹਿੰਦਾ ਹੈਗਾ, ਸਟ੍ਰੈਸ ਹੈ। ਤੇ ਜੇ ਇਹ ਸਾਰੇ ਤੁਹਾਡੇ ਜਿਹੜੇ ਵਾਤ ਪਿੱਤ ਕਫ ਵੀ ਨੋਰਮਲ ਹੋਣਗੇ, ਲੇਕਿਨ ਮਨ ਥੋੜ੍ਹਾ ਪ੍ਰਸੰਨ ਨਹੀਂ ਹੋਏਗਾ, ਹਾਲਾਂਕਿ ਮਨ ਨੂੰ ਜਿਹੜਾ ਹੈ ਉਹ ਵਾਯੂ ਹੀ ਕੁਪਿਤ ਕਰਦੀ ਹੈ, ਤਾਂ ਵੀ ਵਿਅਕਤੀ ਪ੍ਰਸੰਨ ਨਹੀਂ ਹੋ ਸਕਦਾ, ਤਾਂ ਵੀ ਸਵਸਥ ਨਹੀਂ ਰਹਿ ਸਕਦਾ। ਇਸ ਕਰਕੇ ਵਾਤ ਪਿੱਤ ਔਰ ਕਫ ਦਾ ਬੈਲੈਂਸ ਰਹਿਣਾ ਇੱਕ ਸਵਸਥ ਵਿਅਕਤੀ ਵਾਸਤੇ ਬਹੁਤ ਜ਼ਰੂਰੀ ਹੈ। ਔਰ ਤੁਸੀਂ ਦੇਖਿਆ ਜਦੋਂ ਵੀ ਆਪਾਂ ਕਿਸੇ ਡਿਜ਼ੀਜ਼ ਦੀ ਗੱਲ ਕਰਦੇ ਹਾਂ ਸਟੂਡੀਓ 'ਚ ਬੈਠ ਕੇ, ਮੈਂ ਸਭ ਤੋਂ ਪਹਿਲਾਂ ਉਸ ਡਿਜ਼ੀਜ਼ ਦਾ ਇਹ ਦੱਸਦਾ ਹੁੰਦਾ ਵੀ ਇਹ ਕਿਹੜੇ ਦੋਸ਼ ਦੇ ਇੰਬੈਲੈਂਸ ਨਾਲ ਹੋਈ ਹੈ। ਵਾਤ ਨਾਲ ਹੈ, ਕਫ ਨਾਲ ਹੈ, ਜਾਂ ਫਿਰ ਵਾਯੂ ਨਾਲ। ਤੁਸੀਂ ਦੇਖਿਆ ਹੋਣਾ ਸ਼ੇਖਰ ਜੀ, ਅੱਜ ਜਦੋਂ ਅਸੀਂ ਕਿਸੇ ਬਹੁਤ ਮਲਟੀ ਸਪੈਸ਼ਲਿਟੀ ਡਾਕਟਰਾਂ ਕੋਲ ਜਾਂਦੇ ਹਾਂ, ਹੌਸਪੀਟਲਾਂ 'ਚ ਜਾਂਦੇ ਹਾਂ, ਤਾਂ ਉੱਥੇ ਉਹ ਹੁਣ ਨਾ ਇੱਕ ਨਵਾਂ ਮੈਂ ਚੀਜ਼ ਦੇਖ ਰਿਹਾ, ਉਹ ਕਹਿੰਦਾ ਜੀ ਇਹ ਮੇਰਾ ਕੰਮ ਸਿਰਫ ਸਕਿਨ ਦੇਖਣ ਦਾ ਹੈਗਾ, ਜਿਹੜੀ ਤੁਹਾਡੀ ਇਹ ਬੋਇਲਸ ਹੋਏ ਨੇ ਇਹ ਤੁਸੀਂ ਜਿਹੜਾ ਫਲਾਣਾ ਹੈ ਜੀ ਉਹਨੂੰ ਦਿਖਾਓ, ਤੁਹਾਡਾ ਯੂਰਿਨ ਸਾਫ਼ ਨਹੀਂ ਜੀ ਆ ਰਿਹਾ, ਰੋਕਿਆ ਯੂਰੋਲੋਜਿਸਟ ਨੂੰ ਦਿਖਾਓ, ਤੁਹਾਡੀਆਂ ਅੱਖਾਂ ਦੇ ਵਿੱਚ ਯੂਰਿਨ ਦੇ ਵਿੱਚ ਡਾਇਬਟੀਜ਼ ਵਧਣ ਨਾਲ ਜੇ ਮੰਨ ਲਓ ਥੋੜ੍ਹਾ ਅੰਧੇਰਾ ਆਉਣ ਲੱਗ ਗਿਆ, ਰੋਸ਼ਨੀ ਘੱਟ ਰਹੀ ਹੈ, ਇਹ ਤੁਸੀਂ ਅੱਖਾਂ ਵਾਲੇ ਡਾਕਟਰ ਨੂੰ ਦਿਖਾਓ। ਜਦ ਕਿ ਜਿਹੜਾ ਪਰਫੈਕਟ ਆਯੁਰਵੈਦਿਸਟ ਹੈਗਾ, ਕਿਉਂਕਿ ਉਹਦੀ ਐਜੂਕੇਸ਼ਨ ਇਸ ਤਰ੍ਹਾਂ ਦੀ ਹੈ, ਉਹ ਜਦੋਂ ਇਹ ਪਕੜੇਗਾ ਵੀ ਇਹ ਕਫ ਕਰਕੇ ਜਾਂ ਵਾਤ ਕਰਕੇ ਪ੍ਰੋਬਲਮ ਹੈ, ਅਗਰ ਅਸੀਂ ਇਸ ਦੋਸ਼ ਨੂੰ ਬੈਲੈਂਸ ਕਰ ਲਾਂਗੇ ਜੀ, ਤਾਂ ਉਹ ਬਾਕੀ ਸਾਰੀਆਂ ਪ੍ਰੋਬਲਮ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਣਗੀਆਂ। ਅੱਛਾ, ਇੱਥੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵੈਦ ਸਾਹਿਬ ਤੁਹਾਡੇ ਤੋਂ, ਜਿਵੇਂ ਕਿ ਅਸੀਂ ਆਮ ਤੌਰ ਦੇ ਉੱਤੇ ਜਾਣਦੇ ਹਾਂ ਕਿ ਡਾਇਗਨੋਸ ਜਦੋਂ ਇੱਕ ਵੈਦਿਆ ਕਰਦਾ ਤਾਂ ਉਹ ਨਾੜੀ ਦੇਖ ਕੇ ਕਰਦਾ ਅਤੇ ਉਸਨੂੰ ਇੱਕ ਚਿਹਰਾ ਦੇਖ ਕੇ ਕਰਦਾ ਬੰਦੇ ਦਾ, ਜਾਂ ਤੁਹਾਡੇ ਕੋਲ ਹੋਰ ਵੀ ਤਰੀਕੇ ਹੋਣਗੇ, ਸੋ ਜੋ ਮੇਰੀ ਸਮਝ ਦੇ ਵਿੱਚ ਸੀ। ਪਰ ਜਦੋਂ ਅਸੀਂ ਨੋਰਮਲ ਹੌਸਪੀਟਲਸ ਦੇ ਵਿੱਚ ਜਾਂਦੇ ਹਾਂ, ਉੱਥੇ ਕੀ ਹੁੰਦਾ ਹੈ ਕਿ ਬਹੁਤ ਸਾਰੇ ਤਰ੍ਹਾਂ ਦੇ ਟੈਸਟ ਹੁੰਦੇ ਨੇ। ਪਹਿਲਾਂ ਤਾਂ ਉਹ ਟੈਸਟਾਂ ਦਾ ਖਰਚਾ ਬੰਦੇ ਨੂੰ ਮਾਰ ਲੈਂਦਾ, ਅਤੇ ਉਸ ਤੋਂ ਬਾਅਦ ਫਿਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਵੱਖ-ਵੱਖ ਡਾਕਟਰਸ ਦੇ ਕੋਲ ਜਾਣਾ, ਸਮਾਂ ਵੀ ਬਹੁਤ ਜ਼ਿਆਦਾ ਲੱਗਦਾ, ਡਿਲੇ ਹੁੰਦਾ, ਪ੍ਰੋਬਲਮ ਉਹਦੇ ਨਾਲ ਵੱਧ ਜਾਂਦੀ ਹੈ। ਸੋ ਆਯੁਰਵੇਦ ਦੇ ਵਿੱਚ ਨਾੜੀ ਦੇਖ ਕੇ ਹੀ ਕਿਵੇਂ ਸਾਰਾ ਕੁਝ ਪਤਾ ਚੱਲ ਜਾਂਦਾ ਹੈ? ਇੱਕ ਤਾਂ ਇਹਦੇ ਬਾਰੇ ਵੀ ਜਾਣਕਾਰੀ ਦਿਓ ਦਰਸ਼ਕਾਂ ਨੂੰ, ਅਤੇ ਦੂਜੀ ਗੱਲ ਕਿੰਨਾ ਟਰਸਟ ਉਹ ਇਸ ਚੀਜ਼ ਦੇ ਉੱਤੇ ਕਰ ਸਕਦੇ ਨੇ ਕਿ ਜਿੱਥੇ ਇੰਨੇ ਸਾਰੇ ਟੈਸਟ ਕਰਵਾਉਣੇ ਪੈਂਦੇ ਨੇ, ਉੱਥੇ ਸਿਰਫ ਇੱਕ ਨਾੜੀ ਦੇਖ ਕੇ ਤੁਸੀਂ ਦੱਸ ਸਕਦੇ ਹੋ ਕਿ ਕਿੱਥੇ ਕੀ ਪ੍ਰੋਬਲਮ ਹੈ। ਸੋ ਉਹ ਟਰਸਟ ਕਿਵੇਂ, ਇੱਕ ਭਰੋਸਾ ਕਿਵੇਂ ਕਰਨ? ਤੁਸੀਂ ਵੈਸੇ ਇੱਕ ਲਾਈਨ ਦਾ 1 ਮਿੰਟ ਦੇ ਵਿੱਚ ਕੁਐਸਚਨ ਪੁੱਛ ਲਿਆ, ਇਹਦਾ ਤਾਂ ਇੰਨਾ ਲੰਬਾ ਹੋਇਆ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਸ਼ਾਰਟ ਟਾਈਮ 'ਚ ਮੈਂ ਦੱਸ ਸਕਾਂ। ਤੁਹਾਡਾ ਪਹਿਲਾ ਸਵਾਲ ਹੈ ਵੀ ਤੁਸੀਂ ਨਾੜੀ ਦੇਖਦੇ ਹੋ, ਸਪਰਸ਼ ਕਰਦੇ ਹੋ, ਦੇਖਦੇ ਹੋ, ਅਤੇ ਹੌਸਪੀਟਲਾਂ ਵਿੱਚ ਜਿਹੜਾ ਹੈ ਬੜੇ ਟੈਸਟ ਕਰਵਾਏ ਜਾਂਦੇ ਨੇ ਜੀ। ਫਿਰ ਇਹਦੇ ਵਿੱਚ ਤੁਸੀਂ ਬਹੁਤ ਇੰਪੋਰਟੈਂਟ ਗੱਲ ਪੁੱਛੀ ਹੈ ਵੀ ਇੱਕ ਪੇਸ਼ੈਂਟ ਨੂੰ ਕਿਵੇਂ ਭਰੋਸਾ ਹੋਵੇ ਵੀ ਉਹ ਟੈਸਟ ਸਹੀ ਨੇ ਜਾਂ ਵੈਦ ਜੋ ਦੱਸ ਰਿਹਾ ਉਹ ਸਹੀ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਵੈਦ ਕੋਲ ਇੱਕ ਪੇਸ਼ੈਂਟ ਆਉਂਦਾ ਹੈ ਨਾ, ਤਾਂ ਵੈਦ ਇਕੱਲਾ ਨਾੜੀ ਨਹੀਂ ਦੇਖਦਾ, ਦਰਸ਼ਨ ਪ੍ਰੀਖਿਆ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਮੇਰਾ ਤੁਹਾਡੀ ਆਈਜ਼ ਵੱਲ ਵੀ ਧਿਆਨ ਜਾ ਰਿਹਾ, ਤੁਹਾਡੀ ਆਵਾਜ਼ ਵੱਲ ਵੀ ਧਿਆਨ ਜਾ ਰਿਹਾ, ਤੁਹਾਡਾ ਫੋਰਹੈਡ ਵੀ ਦੇਖ ਰਿਹਾ ਮੈਂ। ਇਹ ਜਦੋਂ ਨਾ ਇੱਕ ਮੈਨੂੰ ਪ੍ਰਾਈਮਾ ਫੇਸ਼ੀਆ ਇੱਕ ਮਨ ਦੇ ਵਿੱਚ ਆ ਜਾਂਦਾ ਵੀ ਇਹਦਾ ਹੋ ਸਕਦਾ ਕਫ ਵਧਿਆ ਹੋਵੇ ਜੀ, ਤਾਂ ਮੈਂ ਜਦੋਂ ਤੁਹਾਨੂੰ 1-2 ਕੁਐਸਚਨ ਪੁੱਛਾਂਗਾ ਤਾਂ ਤੁਹਾਨੂੰ ਮੈਨੂੰ ਉਹ ਗੱਲ ਇੰਡੋਰਸ ਹੋਣ ਲੱਗ ਜਾਏਗੀ। ਫਿਰ ਮੈਂ ਨਾੜੀ ਦੇਖਾਂਗਾ, ਇੰਡੋਰਸ ਹੋਣ ਲੱਗ ਜਾਏਗੀ। ਫਿਰ ਮੈਂ ਤੁਹਾਡੇ ਮਲ ਮੂਤਰ ਬਾਰੇ ਕੁਐਸਚਨ ਕਰਾਂਗਾ, ਮੇਰੀ ਗੱਲ ਪਰਫੈਕਟ ਹੋਣ ਲੱਗ ਜਾਏਗੀ। ਫਿਰ ਜਦੋਂ ਮੈਂ ਅੱਗੇ ਤੁਹਾਨੂੰ ਪੁੱਛਾਂਗੇ ਵੀ ਇਹਦੇ ਨਾਲ ਤੁਹਾਨੂੰ ਰਿਲੇਟਡ ਕੋਈ ਤੁਸੀਂ ਜ਼ਿਆਦਾ ਮੈਡੀਕੇਸ਼ਨ ਤਾਂ ਨਹੀਂ ਕਰੀ, ਜਾਂ ਤੁਸੀਂ ਦੱਸੋਗੇ ਕਿ ਮੈਨੂੰ ਥਾਇਰਾਇਡ ਦੀ ਮੈਂ ਇੰਨੀ ਦੇਰ ਦਵਾਈ ਖਾਈ, ਮੈਂ ਕਫ ਦੀ ਜਦੋਂ ਮੌਸਮ ਚੇਂਜ ਹੁੰਦਾ ਤਾਂ ਮੈਨੂੰ ਕਨਫਰਮ ਹੋ ਜਾਏਗਾ। ਹੁਣ ਡਾਕਟਰ ਜਿਹੜੇ ਨੇਗੇ, ਜਿਹੜੇ ਟੈਸਟਾਂ ਦੇ ਆਧਾਰ 'ਤੇ ਡਾਇਗਨੋਸ ਕਰਦੇ ਨੇ, ਮੈਂ ਕਿਸੇ ਚੀਜ਼ ਦੀ ਨਿੰਦਾ ਨਹੀਂ ਕਰਦਾ ਜੀ, ਉਹ ਇੱਕ ਅਲੱਗ ਉਹਨਾਂ ਦਾ ਪ੍ਰੋਟੋਕੋਲ ਹੈ, ਉਹਨਾਂ ਦੀ ਐਜੂਕੇਸ਼ਨ ਇੱਕ ਅਲੱਗ ਉਹ ਹੈ, ਉਹਨਾਂ ਦੀ ਐਜੂਕੇਸ਼ਨ ਉਹ ਮਸ਼ੀਨਾਂ ਦੇ ਆਧਾਰ 'ਤੇ ਹੈ ਜਾਂ ਉਹ ਟੈਕਨੀਸ਼ੀਅਨਸ ਦੇ ਆਧਾਰ 'ਤੇ ਹੈ, ਜਿਹੜੇ ਕਿ ਉਹ ਟੈਸਟ ਕਰਕੇ ਤੁਹਾਨੂੰ ਲਿਖ ਕੇ ਦਿੰਦੇ ਨੇ। ਪਰ ਤੁਸੀਂ ਆਪ ਦੇ, ਮੈਂ ਦਰਸ਼ਕਾਂ ਨੂੰ ਵੀ ਇਹ ਸਵਾਲ ਸਾਹਮਣੇ ਰੱਖਦਾ, ਤੁਸੀਂ ਆਪ ਸੋਚੋ, ਜੋ ਸਾਕਸ਼ਾਤ ਇੱਕ ਵੈਦ ਨੇ ਦੇਖਿਆ, ਜੋ ਸਾਕਸ਼ਾਤ ਤੁਹਾਨੂੰ ਸਪਰਸ਼ ਕਰਕੇ, ਤੁਹਾਡੀ ਨਾੜੀ ਨੂੰ ਦੇਖ ਕੇ
ਡਾਇਗਨੋਸ ਕਰਿਆ ਕਿ ਉਹਦੇ 'ਚ ਐਰਰ ਹੋਣ ਦੇ ਜ਼ਿਆਦਾ ਚਾਂਸਸ ਨੇ, ਜਾਂ ਜਿਹੜੇ ਉਹ ਟੈਸਟ ਤੁਸੀਂ ਕਰਵਾ ਰਹੇ ਹੋ ਉਹਦੇ ਵਿੱਚ ਜ਼ਿਆਦਾ ਚਾਂਸਸ ਨੇ। ਮੈਨੂੰ ਹੋਰ ਥੋੜ੍ਹਾ ਅੱਗੇ ਇਲੈਬੋਰੇਟ ਕਰਦਾ। ਮੰਨ ਲਓ ਜਿਹੜਾ ਵੈਦ ਤੁਹਾਨੂੰ ਦੱਸ ਰਿਹਾ ਹੈਗਾ, ਸਪੋਜ਼ ਕਰੋ ਉਹ 60% ਸਹੀ ਹੈ ਜੀ, ਉਹ 80% ਸਹੀ ਹੈ, ਮੈਂ ਕਹਿੰਦਾ ਉਹ 40% ਸਹੀ ਹੈ, ਪਰ ਤੁਸੀਂ ਆਪ ਹੀ ਦੇਖੋ, ਤੁਸੀਂ ਸੇਮ ਟਾਈਮ 'ਤੇ ਉਹੀ ਟੈਸਟ 3 ਅਲੱਗ-ਅਲੱਗ ਲੈਬ 'ਤੇ ਕਰਵਾ ਲਓ ਜੀ, ਤੁਸੀਂ ਬਹੁਤ ਜ਼ਿਆਦਾ ਵੇਰੀਏਸ਼ਨਸ ਦੇਖੋਗੇ। ਅੱਜ ਵੱਡੇ ਵੱਡੇ ਹਸਪੀਟਲ ਇਹ ਕਹਿਣਾ ਸ਼ੁਰੂ ਕਰਤਾ ਵੀ ਜੀ ਫਲਾਣੀ ਪਰਟੀਕੂਲਰਲੀ ਉਸ ਲੈਬ ਤੋਂ ਟੈਸਟ ਕਰਵਾ ਕੇ ਆਓ। ਇਹਦੇ ਪਿੱਛੇ ਕੀ ਰਾਜ ਹੈ? ਤੁਸੀਂ ਆਪ ਸਿਆਣੇ ਹੋ, ਇਹਦੇ ਪਿੱਛੇ ਰਾਜ ਕੀ ਹੈਗਾ? ਠੀਕ ਹੈ ਜੀ। ਜੇ ਮੈਂ ਕਹਿੰਦਾ ਅੱਜ ਇੱਕ ਨਵਾਂ ਲੜਕਾ ਕੋਈ ਫਾਰਮਾਸਿਸਟ ਜਾਂ ਇਹਦਾ ਐਕਸਪਰਟ ਇਹਦਾ ਟੈਕਨੀਸ਼ੀਅਨ ਦਾ ਕੋਰਸ ਕਰਕੇ ਆਉਂਦਾ, ਉਹ ਕੋਈ ਇਨਵੈਸਟ ਕਰਕੇ ਕੋਈ ਨਵਾਂ ਕੰਮ ਸ਼ੁਰੂ ਕਰਦਾ, ਮੈਂ ਕਹਿੰਦਾ ਜਿੰਨਾ ਉਹ ਸਿੰਸੀਅਰਲੀ ਸੀਰੀਅਸਲੀ ਟੈਸਟ ਕਰੇਗਾ, ਸਹੀ ਰਿਪੋਰਟ ਉਹ ਦੇਗਾ, ਸ਼ਾਇਦ ਉਹ ਲੈਬ ਵਾਲੇ ਨਾਲ ਦੇ ਜਿੱਥੇ ਕਿ ਹਜ਼ਾਰਾਂ ਦੀ ਲਾਈਨ ਦੇ ਵਿੱਚ ਪਹੁੰਚ ਲਾਈਨ ਦੇ ਵਿੱਚ ਲੱਗੇ ਨੇ। ਬਿਲਕੁਲ। ਲੇਕਿਨ ਜੇ ਇੱਕ ਵੈਦ ਜੀ, ਇੱਕ ਨਾ ਸਾਡੇ ਆਯੁਰਵੇਦ ਵਿੱਚ ਆਇਤਨ ਬਣੇ ਹੋਏ ਨੇ। ਆਇਤਨ ਮੀਨਸ ਕਿ ਦੇਸ਼ ਕਾਲ, ਇਹ 8 ਆਇਤਨ ਨੇਗੇ ਜੀ। ਅਸੀਂ ਉਹ ਆਇਤਨ ਦਾ ਵੀ ਧਿਆਨ ਰੱਖਦੇ। ਜਿਵੇਂ ਕਿ ਇੱਕ ਪੇਸ਼ੈਂਟ ਹੈ, ਉਹ ਪੈਦਾ ਹੋਇਆ ਕੈਨੇਡਾ ਦੇ ਵਿੱਚ, ਉਹਦੇ ਜਿਹੜੇ ਜੀਨਸ ਨੇਗੇ ਪੇਰੈਂਟਸ ਦੇ, ਚਾਹੇ ਉਹ ਇੰਡੀਅਨ ਸੀਗੇ, ਲੇਕਿਨ ਜਿਸ ਐਟਮੋਸਫੇਅਰ 'ਚ ਉਹ ਪੈਦਾ ਹੋਇਆ ਹੈਗਾ, ਜੋ ਪੈਦਾ ਹੋਣ ਤੋਂ ਬਾਅਦ ਉਹਨੂੰ ਜੋ ਪ੍ਰਕਿਰਤੀ ਨੇ ਉਹਨੂੰ ਟੱਚ ਕਰਿਆ ਹੈਗਾ, ਜਿਵੇਂ ਉਹਦੀ ਗਰੋਥ ਹੋਈ ਹੈਗੀ, ਉਹਦੇ ਮੁਤਾਬਕ ਅਸੀਂ ਅਸੈਸ ਕਰਦੇ ਹਾਂ ਵੀ ਇਹਦੀ ਇਮਿਊਨਿਟੀ ਕਿੱਥੇ ਖੜੀ ਹੈ ਜੀ, ਇਹਦਾ ਡਾਈਜੈਸਟਿਵ ਸਿਸਟਮ ਕਿੱਥੇ ਖੜਾ ਹੈਗਾ। ਤੁਸੀਂ ਦੇਖਿਆ ਨਹੀਂ ਕਿ ਉਧਰ ਬਹੁਤ ਲੋਕ ਉਹ ਜਿਹੜਾ ਹੈ ਫਰੋਜ਼ਨ ਫੂਡ ਖਾਂਦੇ ਨੇਗੇ, ਨੌਨ ਵੈਜ ਜ਼ਿਆਦਾ ਖਾਂਦੇ ਨੇ, ਉਹ ਖਾ ਕੇ ਵੀ ਸਵਸਥ ਰਹਿੰਦੇ ਨੇ। ਸਾਡੇ ਲੋਕਾਂ ਨੂੰ ਜੇ ਥੋੜ੍ਹਾ ਜਿਹਾ ਵੀ ਅਪਸੈਟ ਜਾਂ ਕਹਿੰਦੇ ਨੇ ਵੀ ਜ਼ਿਆਦਾ ਆਪਾਂ ਇਹ ਫੂਡ ਖਾਣੇ, ਆਪਾਂ ਤਾਜ਼ਾ ਫੂਡ ਖਾਣ ਵਾਲੇ ਬੰਦੇ ਆ, ਕਿਉਂਕਿ ਆਪਣਾ ਪੈਦਾ ਇਹੋ ਜਿਹੇ ਜੀਨਸ ਲੈ ਕੇ ਹੋਏ ਹੈਗੇ ਜੀ। ਸੋ ਇਹ ਦਰਸ਼ਕਾਂ ਨੇ ਜੱਜ ਕਰਨਾ ਹੈ ਵੀ ਇੱਕ ਜਿਹੜੀ ਹਜ਼ਾਰਾਂ ਸਾਲ ਤੋਂ ਸਾਇੰਸ ਚੱਲੀ ਆ ਰਹੀ ਹੈ। ਦੇਖੋ ਨਾੜੀ ਕੀ ਦੱਸਦੀ ਹੈ, ਨਾੜੀ ਕਿਉਂ ਦੇਖੀ ਜਾਂਦੀ ਹੈ? ਨਾੜੀ ਦਾ ਮਤਲਬ ਹੈ ਇਹ ਵਾਤ, ਪਿੱਤ ਔਰ ਕਫ। ਅੱਛਾ। ਜਦੋਂ ਅਸੀਂ ਹੱਥ ਰੱਖਦੇ ਹਾਂ, ਦੇਖੋ ਸ਼ੇਖਰ ਜੀ ਤਾਂ ਹੁਣ ਐਕਸਪੀਰੀਅੰਸ ਦੀ ਗੱਲ ਤੁਹਾਨੂੰ ਮੈਂ ਦੱਸ ਰਿਹਾ, ਮੈਂ 3rd ਜਨਰੇਸ਼ਨ ਜਾਂ ਮੇਰੇ ਬੱਚੇ 4th ਜਨਰੇਸ਼ਨ ਨੇ ਆਯੁਰਵੇਦ ਦੇ ਵਿੱਚ ਜੀ। ਹੁਣ ਸਾਡੀ ਇਹ ਪੋਜੀਸ਼ਨ ਹੈ, ਮੈਂ 45 ਸਾਲ ਤੋਂ 50 ਸਾਲ ਲਈ ਲਗਾ ਲਓ ਮੈਂ ਪੇਸ਼ੈਂਟ ਦੇਖ ਰਿਹਾ। ਜਦੋਂ ਹਜੇ 11ਵੀਂ 12ਵੀਂ 'ਚ ਪੜ੍ਹਦੇ ਸੀ ਨਾ, ਕਿਉਂਕਿ ਉਦੋਂ ਘਰੇ ਪੇਰੈਂਟਸ ਪੇਸ਼ੈਂਟ ਦੇਖਦੇ ਸੀ, ਕੋਰਸ ਕਰ ਲਿਆ, ਹੁਣ ਵੀ 40 ਸਾਲ ਹੋ ਗਏ ਜੀ। ਜਦੋਂ ਅਸੀਂ ਪੇਸ਼ੈਂਟ ਦੀ ਨਾੜੀ 'ਤੇ ਹੱਥ ਰੱਖਦੇ ਹਾਂ ਨਾ, ਤਾਂ ਪੇਸ਼ੈਂਟ ਦੀ ਜੋ ਅੰਦਰ ਵਾਈਬ੍ਰੇਸ਼ਨਸ ਵੀ ਹੋ ਰਹੀਆਂ ਨੇਗੀਆਂ, ਉਹ ਸਾਨੂੰ ਆਪਦੇ ਅੰਦਰ ਮਹਿਸੂਸ ਹੋਣ ਲੱਗ ਜਾਂਦੀਆਂ ਨੇ। ਅੱਛਾ ਜੀ। ਉਹ ਸਾਨੂੰ ਪਤਾ ਲੱਗਦਾ ਵੀ ਇਹਦਾ ਵਾਤ ਕਿੱਥੇ, ਵੋਲੀਅਮ ਕਿੰਨਾ ਹੈ, ਕਿਸ ਜਗ੍ਹਾ 'ਤੇ ਉਹ ਰਿਦਮ ਆਪਦਾ ਬ੍ਰੇਕ ਕਰ ਰਿਹਾ ਹੈ, ਕਿੱਥੇ ਉਹ ਜ਼ਿਆਦਾ ਅਪ ਕਰ ਰਿਹਾ ਹੈ, ਕੀ ਉਹਦੇ ਬੋਲਣ ਦੇ ਨਾਲ ਜਦੋਂ ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ, ਨਾੜੀ ਦੇਖ ਰਹੇ ਹਾਂਗੇ, ਉਹਦੇ ਨਾਲ ਕਿੱਥੇ ਪ੍ਰੈਸ਼ਰ ਘੱਟ ਵੱਧ ਰਿਹਾ ਹੈਗਾ, ਉਹ ਸਾਰਾ ਜਿਹੜਾ ਹੈ ਇਹ ਬੜਾ ਅਥੈਂਟਿਕ ਹੈ। ਇਹ ਲੋਕਾਂ ਨੂੰ ਕੁਝ ਸਮਝ ਆ ਗਿਆ ਕਰੋਨਾ ਦੇ ਵਿੱਚ ਜੀ। ਨੇਚਰ ਬਹੁਤ ਵੱਡੀ ਚੀਜ਼ ਹੈ, ਨੇਚਰ ਸਮਝਾਉਂਦੀ ਹੈ, ਨੇਚਰ ਇਹ ਦੱਸਦੀ ਹੈ ਕਿ ਜਿਹੜੀ ਇਹ ਸਾਇੰਸ ਹੈ ਇਹ ਤੁਹਾਡੀ ਬਾਡੀ ਦੇ ਫਰੈਂਡਲੀ ਇਹੀ ਸਾਇੰਸ ਹੈ ਜੀ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਅੱਜ ਕੱਲ੍ਹ ਕੋਈ ਵੀ ਬਿਜ਼ਨਸਮੈਨ ਹੈ, ਕੋਈ ਵੀ ਸਰਵਿਸਮੈਨ ਹੈ, ਮੈਂ ਬਿਜ਼ਨਸਮੈਨ ਲਈ ਜ਼ਿਆਦਾ ਇਸ ਲਈ ਕਹਾਂਗਾ ਕਿ ਬਿਜ਼ਨਸਮੈਨ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ, ਜਿੰਨਾ ਜ਼ਰੂਰੀ ਉਹਦੇ ਅੱਜ ਦੇ ਯੁੱਗ ਦੇ ਵਿੱਚ, ਕਿਉਂਕਿ ਸਾਡੀ ਸਰਕਾਰ ਨੇ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਬਣਾਤੇ, GST ਟੈਕਸ, ਅਗਰ ਉਹ ਥੋੜ੍ਹਾ ਜਿਹਾ ਵੀ ਗਲਤ ਭਰਿਆ ਗਿਆ, ਇਨਕੁਆਇਰੀ ਖੜੀ ਹੋ ਜਾਂਦੀ ਹੈ, ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਜੀ। ਜਿੰਨਾ ਜ਼ਰੂਰੀ ਇੱਕ ਅਕਾਊਂਟੈਂਟ ਨੂੰ ਰੱਖਣਾ ਜ਼ਰੂਰੀ ਹੈ ਬਿਜ਼ਨਸਮੈਨ ਨੂੰ, ਓਨਾ ਹੀ ਜ਼ਰੂਰੀ ਇੱਕ ਵੈਦ ਦਾ ਰੈਗੂਲਰ ਪਰਾਮਰਸ਼ ਕਰਨਾ, ਇੱਕ ਵੈਦ ਦੇ ਨਾਲ ਇਨ ਟੱਚ ਰਹਿਣਾ ਓਨਾ ਹੀ ਜ਼ਰੂਰੀ ਹੈ। ਜੇ ਤੁਸੀਂ ਆਪਦੀ ਲਾਈਫ ਨੂੰ ਸੁਖਮय ਬਣਾਉਣਾ ਹੈ, ਜੇ ਤੁਸੀਂ ਬਲੱਡ ਪ੍ਰੈਸ਼ਰ, ਥਾਇਰੋਇਡ, ਸ਼ੂਗਰ ਦੇ ਬਿਮਾਰੀਆਂ ਤੋਂ ਗ੍ਰਸਤ ਹੋਣਾ ਹੈਗਾ ਔਰ ਇੰਨੀਆਂ ਦਵਾਈਆਂ ਖਾ ਕੇ, ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਆਪਾਂ ਇੱਕ ਹਸਪੀਟਲ ਜਾ ਕੇ ਉਹ ਅਲੱਗ-ਅਲੱਗ ਸਪੈਸ਼ਲਿਸਟ ਕੋਲ ਭੇਜ ਦਿੰਦੇ ਨੇ। ਇੱਕ ਡਾਕਟਰ ਸਕਿਨ ਦਾ, ਉਹਨੇ ਸਕਿਨ ਦਾ ਆਪਦਾ ਕੋਈ ਮੈਡੀਸਨ ਲਿਖਤੀ ਜੀ, ਲੇਕਿਨ ਉਹ ਹੋ ਸਕਦਾ ਉਹ ਸਕਿਨ ਵਾਲੀ ਜਿਹੜੀ ਮੈਡੀਸਨ ਹੈ ਉਹ ਯੂਰੋਲੋਜੀ ਵਿੱਚ ਨਾ ਦੇਣੀ ਹੋਵੇ, ਉਹ ਹੋ ਸਕਦਾ ਦੋਨੋਂ ਦਵਾਈਆਂ ਹਾਰਟ ਵਾਲੇ ਉਹਦਾ ਕੋਈ ਹਾਰਟ ਦੀ ਥੋੜ੍ਹੀ ਬਹੁਤ ਪ੍ਰੋਬਲਮ ਨਾ ਦੇਣੀ ਹੋਵੇ, ਔਰ ਤਾਂ ਹੀ ਉਹਦੇ ਵਿੱਚ ਅਸੀਂ ਦੇਖਦੇ ਕਿ ਸਾਈਡ ਇਫੈਕਟਸ ਔਰ ਦੂਜੀਆਂ ਪ੍ਰੋਬਲਮਸ ਜਿਹੜੀਆਂ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਨੇ। ਅੱਛਾ ਵੈਦ ਜੀ, ਮੈਂ ਇੱਥੇ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛਾਂਗਾ ਕਿਉਂਕਿ ਅਸੀਂ ਸੈਂਟਰ ਵੀ ਦੇਖਣਾ, ਸੋ ਅਸੀਂ ਉੱਧਰ ਵੀ ਚੱਲਾਂਗੇ। ਸੋ ਛੋਟੀ ਜਿਹੀ ਚੀਜ਼ ਇਹ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ 40-45 ਸਾਲ ਦਾ ਤਜਰਬਾ ਹੈ ਔਰ ਤੁਸੀਂ 11ਵੀਂ 12ਵੀਂ 'ਚ ਸੀ ਉਦੋਂ ਤੋਂ ਤੁਸੀਂ ਪੇਸ਼ੈਂਟਸ ਦੇਖਦੇ ਆ ਰਹੇ ਹੋ, ਤੁਹਾਡਾ ਤਜਰਬਾ ਜਿਹੜਾ ਹੈਗਾ ਉਹ ਇਹ ਹੈ ਕਿ ਨਾੜੀ ਫੜਦੇ ਹੀ ਤੁਹਾਨੂੰ ਪਤਾ ਚੱਲਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਲੋਕ ਇਹ ਵੀ ਸੋਚਦੇ ਨੇ ਕਿ ਮਾਡਰਨਾਈਜ਼ ਹੋ ਗਿਆ ਟਾਈਮ, ਤਾਂ ਉਸ ਤਰ੍ਹਾਂ ਦੇ ਤਜਰਬੇਕਾਰ ਵੈਦ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਜਾਂ ਨਹੀਂ, ਇਸ ਬਾਰੇ ਕੀ ਕਹੋਗੇ?
ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਪਰਫੈਕਟ, ਕਿਉਂਕਿ ਅੱਜ ਜਿਹੜੀ ਜਨਰੇਸ਼ਨ BMS ਕਰ ਰਹੀ ਹੈ, ਜੋ ਇਹਦਾ ਕੋਰਸ ਕਰ ਰਹੀ ਹੈ, ਉਹਦੀ ਐਜੂਕੇਸ਼ਨ ਦਾ ਸਤਰ ਅੱਗੇ ਨਾਲੋਂ ਬਹੁਤ ਜ਼ਿਆਦਾ ਅਪ ਹੋ ਗਿਆ। ਅੱਜ ਹਰੇਕ ਚੀਜ਼ ਦੇ ਵਿੱਚ ਟਰਾਂਸਪੇਰੈਂਸੀ ਜ਼ਰੂਰੀ ਹੈ। ਮੈਂ ਤੁਹਾਨੂੰ ਹੁਣੇ ਆਪਦੀ ਡਿਸਪੈਂਸਰੀ ਵੀ ਦਿਖਾਵਾਂਗਾ। ਅਸੀਂ ਜਿਹੜੀਆਂ ਮੈਡੀਸਨ ਆਪ ਤਿਆਰ ਕਰਦੇ ਹਾਂ, ਗੌਰਮੈਂਟ ਤੋਂ ਅਪਰੂਵ ਕਰਾਈਆਂ ਹੋਈਆਂ ਨੇ, ਅਸੀਂ ਉਸ ਮੈਡੀਸਨ ਦੇ ਉੱਪਰ QR ਕੋਡ ਤੱਕ ਲਗਾਏ ਹੋਏ ਨੇ। ਅੱਛਾ ਜੀ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਸਾਰਾ ਨਾਲ ਦੀ ਐਕਸਪਲੇਨ ਕਰਾਂਗਾ। ਔਰ ਫਿਰ ਆ ਗਈ ਗੱਲ ਐਜੂਕੇਸ਼ਨ ਦੀ। ਅੱਜ ਜ਼ਰੂਰਤ ਹੈ ਡਾਕੂਮੈਂਟੇਸ਼ਨ ਦੀ। ਪਹਿਲਾਂ ਵੈਦ ਕੈਂਸਰ ਦੇ ਜਾਂ ਗਠੀਏ ਦੇ, ਅਰਥਰਾਈਟਸ ਦੇ, ਕਿੰਨੇ ਸੋਰਾਇਸਿਸ ਦੇ ਪੇਸ਼ੈਂਟ ਠੀਕ ਕਰਦੇ ਸੀ, ਉਹ ਡਾਕੂਮੈਂਟੇਸ਼ਨ ਨਹੀਂ ਸੀ ਰੱਖਦੇ। ਲੋਕਾਂ 'ਚ ਭਰੋਸਾ ਨਹੀਂ ਸੀ ਹੁੰਦਾ ਵੀ ਪਤਾ ਨਹੀਂ ਡਾਕਟਰ ਵੈਸੇ ਹੀ ਕਹੀ ਜਾ ਰਿਹਾ ਹੈਗਾ। ਲੇਕਿਨ ਅੱਜ ਤੁਸੀਂ ਦੇਖੋ ਕਿ ਹਰੇਕ ਵਿਅਕਤੀ ਜਿਹੜਾ ਅੱਛਾ ਪੜ੍ਹਿਆ ਲਿਖਿਆ ਵੈਦ ਹੈ, ਇਹ ਮੈਨੂੰ ਮੇਰੇ ਬੱਚਿਆਂ ਦੇ ਨਾ ਪੋਸਟ ਗ੍ਰੈਜੂਏਸ਼ਨ ਜਿਹੜਾ ਦੋਨਾਂ ਨੇ ਕਰੀ ਹੈ, ਮੈਨੂੰ ਇਹਦਾ ਬੜਾ ਫਾਇਦਾ ਹੋਇਆ। ਇਹ ਹਾਈਟੈਕ ਜ਼ਿਆਦਾ ਨੇ ਮੇਰੇ ਨਾਲੋਂ, ਕਿਉਂ? ਇਹਨਾਂ ਦੇ ਜ਼ਮਾਨੇ 'ਚ ਜ਼ਿਆਦਾ ਹਾਈਟੈਕ ਆਇਆ ਹੈਗਾ। ਇਹਨਾਂ ਨੇ ਇੱਕ ਇੱਕ ਚੀਜ਼ ਨੂੰ ਟਰਾਂਸਪੇਰੈਂਟ, ਸਾਡੀ ਤੁਸੀਂ ਅੱਜ ਵੈਬਸਾਈਟ ਖੋਲ੍ਹ ਕੇ ਦੇਖੋ www.chandigarh.ayurvedcenter.com 10,000 ਪੇਜ ਦੀ ਹੈ। ਇੱਕ ਇੱਕ ਡਿਜ਼ੀਜ਼ ਬਾਰੇ ਪੂਰੀ ਡਿਟੇਲ ਹੈ, ਬਾਤ ਪਿੱਤ ਕਫ ਦੇ ਅਨੁਸਾਰ ਵੀ ਉਹ 'ਚ ਕਿਹੜਾ ਦੋਸ਼ ਵੱਧਦਾ ਹੈਗਾ, ਕਿਹੜਾ ਦੋਸ਼ ਇੰਬੈਲੈਂਸ ਹੁੰਦਾ ਹੈਗਾ, ਤੁਹਾਨੂੰ ਸਾਡੀ ਵੈਬਸਾਈਟ 'ਤੇ ਮਿਲੇਗਾ। ਦੇਖਿਆ ਇਹਦਾ ਸਾਨੂੰ ਹੋਰ ਕੀ ਫਾਇਦਾ ਹੁੰਦਾ ਹੈਗਾ। ਹੁਣ ਮੈਨੂੰ ਮੰਨ ਲਓ ਕੈਨੇਡਾ ਤੋਂ, ਬਰੈਂਪਟਨ ਤੋਂ ਫੋਨ ਆ ਗਿਆ, ਮੈਨੂੰ ਸੋਰਾਇਸਿਸ ਹੈ ਜੀ। ਮੈਂ ਉਹ ਮੈਨੂੰ ਨਹੀਂ ਜਾਣਦਾ, ਮੈਂ ਉਹਨਾਂ ਨੂੰ ਨਹੀਂ ਜਾਣਦਾ। ਉਹਨੂੰ ਭਰੋਸਾ ਚਾਹੀਦਾ ਕਿ ਮੈਂ ਅੱਛੇ ਕੁਆਲੀਫਾਈਡ ਵੈਦ ਨਾਲ ਗੱਲ ਕਰ ਰਿਹਾ ਜੀ। ਮੈਂ ਉਹਨਾਂ ਤੋਂ ਬੇਸਿਕ ਕੁਐਸਚਨ ਪੁੱਛ ਕੇ ਮੈਂ ਉਹਨੂੰ ਕਹਿ ਦਿੰਦਾ ਕਿ ਤੁਸੀਂ ਮੈਨੂੰ ਹੁਣ ਅੱਧੇ ਘੰਟੇ ਬਾਅਦ ਫੋਨ ਕਰਿਓ, ਮੈਂ ਤੁਹਾਨੂੰ ਇਸ ਮਤਲਬ ਲਿੰਕ ਭੇਜ ਰਿਹਾ ਜੀ। ਤਾਂ ਉਹਨਾਂ ਨੂੰ ਮੈਂ ਸੋਰਾਇਸਿਸ ਦਾ ਉਸੇ ਵਕਤ ਸਾਡੀ ਵੈਬਸਾਈਟ 'ਤੇ ਪਏ ਨੇਗੇ ਔਨਲਾਈਨ, ਮੈਂ ਉਹਨਾਂ ਨੂੰ ਸੋਰਾਇਸਿਸ ਦਾ ਲਿੰਕ ਭੇਜ ਦਿੰਦਾ। ਉਸ ਲਿੰਕ ਵਿੱਚ ਪਤਾ ਕੀ ਕੁਛ ਹੈ, ਸੋਰਾਇਸਿਸ ਹੁੰਦਾ ਕੀ ਹੈ, ਕਿਹੜਾ ਦੋਸ਼ ਕੁਪਤ ਹੁੰਦਾ ਹੈ, ਕੀ ਤੁਹਾਡੀ ਬਾਡੀ ਦੇ ਉਹਦੇ ਸਾਈਡ ਇਫੈਕਟ ਹੁੰਦੇ ਨੇ, ਆਯੁਰਵੇਦ ਦਵਾਈ ਕੀ ਕਹਿੰਦੀ ਹੈ। ਫਿਰ ਸਾਡਾ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਅਸੀਂ ਜਿਹੜੀ ਦਵਾਈ ਹੈ, ਅਸੀਂ ਉਹਨਾਂ ਦੇ ਕਿਟਸ ਬਣਾਈਆਂ ਹੋਈਆਂ ਨੇ ਜੀ। ਸੋਰਾਇਸਿਸ ਦੀ ਕਿਟ ਕਿਹੜੀ ਹੈ, ਉਹਦੀ ਕੀ ਪ੍ਰਾਈਸ ਹੈ, ਫਿਰ ਅਸੀਂ ਉਹਦੀ ਐਕਸਪਲੇਨ ਕੀਤਾ ਹੈ ਉਹ ਲਿੰਕ ਦੇ ਵਿੱਚ ਵੀ ਜੇ ਤੁਹਾਨੂੰ ਅਸੀਂ ਗਲੋਏ ਦੇ ਰਹੇ ਹਾਂ ਤਾਂ ਉਹ ਕੀ ਹੈ, ਉਹਦਾ ਲੈਟਿਨ ਨੇਮ ਕੀ ਹੈ। ਜੇ ਅਸੀਂ ਤੁਹਾਨੂੰ ਡਿਟੌਕਸ ਕਰਨ ਵਾਸਤੇ ਪ੍ਰੀਮੀਅਮ ਡਿਟੌਕਸ ਪਾਊਡਰ ਦੇ ਰਹੇ ਹਾਂ, ਉਹ 'ਚ ਇਨਗਰੀਡੀਐਂਟਸ ਕੀ ਕੀ ਨੇ, ਉਹ ਕਾਹਦੇ ਵਾਸਤੇ ਨੇ। ਕਹਿਣ ਦਾ ਭਾਵ ਕਿ ਹਰ ਇੱਕ ਉਹ ਜਾਣਕਾਰੀ ਜੋ ਕਿ ਪਹਿਲਾਂ ਲੋਕਾਂ ਤੱਕ ਨਹੀਂ ਪਹੁੰਚਦੀ ਸੀ, ਹੁਣ ਉਹ ਪਹੁੰਚਣ ਲੱਗ ਗਈ। ਔਰ ਆਯੁਰਵੇਦ ਜਿਹੜਾ ਹੈ ਉਹ ਡਾਕੂਮੈਂਟ ਹੋਣ ਲੱਗ ਗਿਆ। ਸੋ ਜਿਸ ਦੇ ਨਾਲ ਕਿ ਰਿਕਾਰਡ ਬਣਨਗੇ ਕਿ ਆਯੁਰਵੇਦ ਕਿੰਨਾ ਸਕਸੈਸਫੁਲੀ ਟਰੀਟ ਕਰ ਰਿਹਾ ਹੈ ਨਾ। ਸੋ ਇਹ ਤੇ ਬਹੁਤ ਹੀ ਚੰਗੀ ਗੱਲ ਹੈ। ਸੋ ਵੈਦ ਸਾਹਿਬ ਜੇ ਆਏ ਆ ਤਾਂ ਫਿਰ ਅਸੀਂ ਸੈਂਟਰ ਨਾ ਦੇਖੀਏ, ਇਹ ਕਿਵੇਂ ਹੋ ਸਕਦਾ ਜੀ? ਆਓ ਇਹ ਦੇਖੋ ਜੀ, ਸ਼ੇਖਰ ਜੀ ਸਾਡਾ ਰਿਸੈਪਸ਼ਨ ਦਾ ਏਰੀਆ ਹੈ। ਹੁਣ ਲੰਚ ਟਾਈਮ ਹੋਇਆ ਹੈਗਾ। ਇਹ ਡਾਕਟਰ ਅੰਬਿਕਾ ਨੇਗੇ ਸਾਡੇ, ਇਹ ਕਾਜਲ ਨੇਗੇ। ਇਹ ਪਹਿਲਾਂ ਜਿਹੜਾ ਪੇਸ਼ੈਂਟ ਆ ਉਹ ਸਾਡੇ ਇਸ ਰਿਸੈਪਸ਼ਨ 'ਤੇ ਆਉਂਦਾ ਹੈਗਾ, ਉਹਦੀ ਬਕਾਇਦਾ ਹਿਸਟਰੀ ਲਈ ਜਾਂਦੀ ਹੈ, ਉਹਦਾ ਡਾਕੂਮੈਂਟੇਸ਼ਨ ਜੋ ਅਸੀਂ ਮੈਡੀਸਨ ਸਮਝਾਉਂਦੇ ਹਾਂ ਅੱਗੇ ਲਿਖ ਕੇ ਦਿੰਦੇ ਹਾਂ, ਉਹ ਇੱਥੇ ਆ ਕੇ ਪੇਸ਼ੈਂਟ ਨੂੰ ਸਮਝਾਈ ਜਾਂਦੀ ਹੈ। ਮੈਂ ਤੁਹਾਨੂੰ ਥੈਰੇਪੀ ਰੂਮ ਦਿਖਾਉਂਦਾ। ਪਰ ਮੈਂ ਇੱਥੇ ਕੁਝ ਇਹ ਵੀ ਦੇਖ ਰਿਹਾ ਕਿ ਕੁਝ ਆਈ ਥਿੰਕ ਅਵਾਰਡਸ ਐਂਡ ਅਚੀਵਮੈਂਟਸ ਵੀ ਨੇ। ਹਾਂ, ਨਹੀਂ ਇਹ ਤਾਂ ਜੀ ਇੱਕ ਪਾਰਟ ਆਫ ਲਾਈਫ ਹੈਗਾ। ਜਿੰਨਾ ਤੁਸੀਂ ਕੰਮ ਕਰੋਗੇ, ਜਿੰਨਾ ਉਹਦਾ ਰਿਕੋਗਨੀਸ਼ਨ ਤਾਂ ਤੁਹਾਨੂੰ ਸਮਾਜ ਤੋਂ ਹੀ ਮਿਲੇਗੀ। ਤੁਹਾਨੂੰ ਸਭ ਤੋਂ ਵੱਡੀ ਰਿਕੋਗਨੀਸ਼ਨ ਆਪਦੀ ਆਤਮਾ ਤੋਂ ਮਿਲੇਗੀ। ਤੁਹਾਨੂੰ ਜਦੋਂ ਤੁਸੀਂ ਬਹੁਤ ਹੀ ਕਰੋਨਿਕ ਪੇਸ਼ੈਂਟਾਂ ਨੂੰ ਠੀਕ ਕਰਦੇ ਹੋ ਨਾ, ਔਰ ਜਦੋਂ ਆ ਕੇ ਤੁਹਾਨੂੰ ਇਹ ਕਹਿੰਦੇ ਨੇਗੇ ਵੀ ਜੀ ਮੈਂ ਤਾਂ 7 ਸਾਲ ਬਾਅਦ ਮੈਨੂੰ ਨੀਂਦ ਆਈ ਹੈ, ਮੈਨੂੰ ਤਾਂ ਨੀਂਦ ਨਹੀਂ ਪ੍ਰੋਪਰ ਆਈ ਸੀਗੀ, ਜਾਂ ਉਹ ਆ ਕੇ ਦੱਸਦੇ ਨੇ ਕਿ ਮੈਨੂੰ ਅੱਜ ਤੱਕ ਸਹੀ ਇਲਾਜ ਨਹੀਂ ਮਿਲਿਆ ਸੀ, ਮੈਨੂੰ ਇੰਨੇ ਸਾਲਾਂ ਬਾਅਦ ਇਹਦਾ ਇਲਾਜ ਮਿਲੇਗਾ, ਜਾਂ ਮੈਂ ਠੀਕ ਹੋ ਰਿਹਾ, ਠੀਕ ਹੋ ਰਹੀ ਹਾਂ। ਤਾਂ ਇੱਕ ਵਾਰੀ ਉਹ ਰਿਕੋਗਨੀਸ਼ਨ ਹੈ ਨਾ, ਉਹ ਇਹਨਾਂ ਅਵਾਰਡਾਂ ਤੋਂ ਵੀ ਉੱਪਰ ਹੈ। ਬਾਕੀ ਕਹਿੰਦੇ ਨੇ ਵੀ ਯਸ਼ ਔਰ ਅਪਯਸ਼ ਇਹ ਪਰਮਾਤਮਾ ਦੇ ਹੱਥ ਹੁੰਦਾ ਹੈਗਾ। ਇਹ ਆਪਦੇ ਆਪੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂਗੇ, ਜੀ ਟਰਾਂਸਪੇਰੈਂਟਲੀ ਕੰਮ ਕਰ ਰਹੇ ਹਾਂ, ਉਹ ਆਪਣੇ ਪਰਮਾਤਮਾ ਠੀਕ ਕਰਦਾ ਹੈਗਾ। ਅੱਛਾ ਵੈਦ ਸਾਹਿਬ, ਹਮੇਸ਼ਾ ਅਸੀਂ ਗੱਲ ਕਰਦੇ ਹਾਂ ਪੰਚਕਰਮਾ ਦੀ। ਸੋ ਪੰਚਕਰਮਾ ਕਿਵੇਂ ਹੁੰਦਾ ਹੈ, ਤੇ ਮੈਂ ਉਹ ਸੈਂਟਰ ਵੀ ਦੇਖਣਾ ਚਾਹਾਂਗਾ, ਤੇ ਕਿਸ ਤਰੀਕੇ ਦੇ ਨਾਲ ਪੰਚਕਰਮਾ ਟਰੀਟਮੈਂਟ ਹੁੰਦਾ ਹੈ। ਦਰਸ਼ਕੋ ਆਜੋ ਤੁਹਾਨੂੰ ਅਸੀਂ ਨਾਲ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਟਰੀਟਮੈਂਟ ਹੁੰਦਾ। ਸੋ ਵਾਹ ਜੀ ਵਾਹ, ਕੀ ਬਾਤ ਹੈ। ਇੱਕ ਥੈਰੇਪੀ ਦਾ ਰੂਮ ਹੈਗਾ ਜੀ, ਜਿੱਥੇ ਕਿ ਅਸੀਂ ਪੰਚਕਰਮਾ ਦੇ ਅਲੱਗ-ਅਲੱਗ ਡਿਫਰੈਂਟ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਪੰਚਕਰਮਾ ਮੀਨ ਉਹ ਪੰਜ ਕਰਮ ਬੋਡੀ ਨੂੰ ਡਿਟੌਕਸ ਕਰਨ ਦੇ, ਬੋਡੀ ਦਾ ਸ਼ੁੱਧੀਕਰਨ ਦੇ ਵਿੱਚ। ਆਯੁਰਵੇਦ ਦੇ ਵਿੱਚ ਇਹ ਉਲੇਖ ਹੈ ਵੀ ਜਦੋਂ ਵੀ ਤੁਸੀਂ ਕੋਈ ਕਰੋਨਿਕ ਪੇਸ਼ੈਂਟ ਨੂੰ ਚਿਕਿਤਸਾ ਸ਼ੁਰੂ ਕਰਦੇ ਹੋ, ਟਰੀਟਮੈਂਟ ਸ਼ੁਰੂ ਕਰਦੇ ਹੋ, ਤਾਂ ਉਹ ਬੋਡੀ ਨੂੰ ਡਿਟੌਕਸ ਕਰਨਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਕਿੰਨੀਆਂ ਦਵਾਈਆਂ ਉਹ ਕਿਲੋਆਂ ਦੇ ਹਿਸਾਬ ਨਾਲ ਪੇਸ਼ੈਂਟ ਸਾਡੇ ਕੋਲ ਖਾ ਕੇ ਹੈਫਾਸੈਟਲੀ ਆਉਂਦੇ ਨੇਗੇ, ਤੇ ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਹਦਾ ਸ਼ੁੱਧੀਕਰਨ ਕਰਦੇ ਹਾਂ। ਅੱਛਾ, ਹੁਣ ਇਹ ਮੈਂ ਦੇਖ ਰਿਹਾ ਸੀਗਾ ਕਿ ਕੁਝ ਤਿਆਰ ਹੋ ਰਿਹਾ, ਸੋ ਇਹ ਕੀ ਚੀਜ਼ ਹੈ ਇਹ? ਇਹ ਦੇਖੋ, ਇਹ ਕਾੜਾ ਹੈਗਾ। ਅੱਛਾ ਜੀ।
ਇਹ ਸ਼ੇਖਰ ਜੀ ਕਾੜਾ ਹੈਗਾ, ਆਮ ਤੌਰ ਤੇ ਅਸੀਂ ਪੀਣ ਦੇ ਵੀ ਕੰਮ ਆਉਂਦਾ ਹੈਗਾ। ਸਾਡੇ ਕੋਲ ਬੜੇ ਅੱਛੇ ਕਾੜੇ, ਅਸੀਂ ਸਕਿਨ ਗਲੋ ਕਾੜਾ, ਡਾਇਬਟੀਜ਼ ਪੇਸ਼ੈਂਟ ਵਾਸਤੇ, ਹਾਂਜੀ, ਉਹ ਸਾਰੇ ਅਸੀਂ ਕਾੜੇ ਤਿਆਰ ਕਰਦੇ ਹਾਂ। ਪਰ ਇੱਥੇ ਜਿਹੜਾ ਇਸ ਰੂਮ ਵਿੱਚ ਹੋ ਰਿਹਾ ਤਿਆਰ, ਇਹ ਨਾ ਅਸੀਂ ਪਰਸ਼ੇਕ ਕਰਦੇ ਹਾਂ। ਕਈ ਪੇਸ਼ੈਂਟ ਦੀ ਨਾ ਇਨਫਲਾਮੇਸ਼ਨ ਹੋ ਜਾਂਦੀ ਹੈ ਕਰੋਨਿਕ ਗਾਊਟ ਕਰਕੇ, ਆਰਥਰਾਈਟਿਸ ਕਰਕੇ, ਤਾਂ ਉਹਨਾਂ ਤੋਂ ਹਿੱਲਿਆ ਨਹੀਂ ਜਾਂਦਾ, ਦਰਦ ਬਹੁਤ ਹੁੰਦਾ ਹੈਗਾ। ਅਸੀਂ ਇਸ ਕਾੜੇ ਨਾਲ ਨਾ ਜਦੋਂ ਉੱਥੇ ਇਹ 'ਚ ਸਾਰੀਆਂ ਐਂਟੀ ਇਨਫਲਾਮੇਟਰੀ ਹਰਬਸ ਨੇਗੀਆਂ। ਹਾਂ, ਕੁਛ ਤੇ ਖੁਸ਼ਬੂ ਵੀ ਆ ਰਹੀ ਹੈ ਉਹਨਾਂ ਦੀ। ਹਾਂਜੀ, ਲਾਈਕ ਨਿਰਗੁੰਡੀ ਹੋਈ, ਇਮਲੀ ਹੋਈ, ਇਹ ਨਾ ਜੀ ਇਹਨਾਂ ਚੀਜ਼ਾਂ ਨਾਲ ਅਸੀਂ ਪਰਸ਼ੇਕ ਕਰਦੇ ਹਾਂ। ਇਹ ਉਹ ਇੰਨੇ ਇਫੈਕਟਿਵ ਟ੍ਰੀਟਮੈਂਟ ਨੇਗੇ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਗੂਗਲ ਤੇ ਵੀ ਹਰੇਕ ਚੀਜ਼ ਤੁਹਾਨੂੰ ਮਿਲ ਜਾਏਗੀ। ਅੱਛਾ, ਇਹ ਕਿੰਨੀ ਦੇਰ ਤੱਕ ਇਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਪਕਾਇਆ ਜਾਂਦਾ? ਔਰ ਮੈਂ ਦੇਖ ਰਿਹਾ ਕਿ ਤੁਸੀਂ ਇੱਥੇ ਹੀ ਤਿਆਰ ਕਰ ਰਹੇ ਹੋ, ਇਹ ਬਾਹਰ ਵੀ ਕਰਕੇ ਤੁਸੀਂ ਲਿਆ ਸਕਦੇ ਸੀ, ਸੋ ਇੱਥੇ ਹੀ ਤਿਆਰ ਕਰਨ ਦੀ ਕੋਈ ਖਾਸ ਵਜ੍ਹਾ? ਯੈਸ, ਇਹਦਾ ਵਜ੍ਹਾ ਇਹੀ ਹੈ ਜੀ, ਜਦੋਂ ਅਸੀਂ ਇਹਨੂੰ ਤਿਆਰ ਕਰਕੇ ਅਪਲਾਈ ਕਰਦੇ ਹਾਂਗੇ ਤਾਂ ਉਹਦਾ ਰਿਜ਼ਲਟ ਜ਼ਿਆਦਾ ਅੱਛਾ ਹੁੰਦਾ ਹੈਗਾ। ਜਿਹੜਾ ਅਸੀਂ ਤਿਆਰ ਕਰਕੇ ਰੱਖ ਲਿਆ ਉਹਦਾ ਉਨਾ ਜ਼ਿਆਦਾ ਰਿਜ਼ਲਟ ਨਹੀਂ ਆਉਂਦਾ। ਜਦੋਂ ਨਾਲ ਦੀ ਨਾਲ ਪੇਸ਼ੈਂਟ ਨੂੰ ਅਸੀਂ ਤਿਆਰ ਕਰਕੇ ਲਗਾਉਂਦੇ ਹਾਂਗੇ, ਉਹ ਜਲਦੀ ਮਤਲਬ ਕਿ ਇਨਫਲਾਮੇਸ਼ਨ ਨੂੰ ਜਲਦੀ ਉਤਾਰਦਾ ਔਰ ਪੇਸ਼ੈਂਟ ਨੂੰ ਇੰਸਟੈਂਟਲੀ, ਆਮ ਤੌਰ ਤੇ ਲੋਕ ਕਹਿੰਦੇ ਨੇ ਜੀ ਕਿ ਆਰਾਮ ਨਹੀਂ ਜਲਦੀ ਆਉਂਦਾ, ਆਯੁਰਵੇਦ ਦਵਾਈਆਂ ਦਾ ਇਲਾਜ ਬੜਾ, ਇੰਸਟੈਂਟਲੀ ਰਿਲੀਫ ਮਿਲਦਾ ਹੈਗਾ। ਇਹ ਇੰਨੀਆਂ ਅੱਛੀਆਂ ਹਰਬਸ ਨੇਗੀਆਂ ਜਿਹੜੀਆਂ ਕਿ ਮੈਂ ਤੁਸੀਂ ਦੇਖੋ ਪੁਰਾਣੇ ਜ਼ਮਾਨੇ ਵਿੱਚ ਕੀ ਹੁੰਦਾ ਸੀ, ਜੰਗਲਾਂ ਦੇ ਵਿੱਚੋਂ ਜੜੀ ਬੂਟੀਆਂ ਵੈਦ ਲੋਕ ਲੈ ਕੇ ਆਉਂਦੇ ਸੀਗੇ, ਉਹ ਮਿਹਨਤ ਕਰਦੇ ਸੀ, ਤਪੱਸਿਆ ਕਰਦੇ ਸੀ। ਅੱਜ ਇਹੀ ਦੇਖੋ ਹਾਈਟੈਕ ਹੋ ਗਿਆ ਹੈਗਾ। ਅੱਜ ਅਸੀਂ ਇੱਕ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੈਠ ਕੇ ਇੰਨੇ ਅੱਛੇ ਹਰਬਸ ਨੂੰ ਆਪਦੀ ਟੈਕਨੀਸ਼ੀਅਨ ਜਾਂ ਆਪਦੇ ਥੈਰੇਪਿਸਟਾਂ ਦੇ ਉਹਦੇ ਹੈਲਪ ਦੇ ਨਾਲ, ਸਾਡੇ ਕੋਲ ਸਾਰੇ ਥੈਰੇਪਿਸਟ ਬੜੇ ਐਕਸਪਰਟ ਨੇਗੇ, ਅਸੀਂ ਇਹਨਾਂ ਦੀ ਹੈਲਪ ਨਾਲ ਪੇਸ਼ੈਂਟ ਨੂੰ ਇਮੀਡੀਏਟਲੀ ਲੀਵ ਦਿੰਦੇ ਹਾਂ। ਕੀ ਬਾਤ ਹੈ। ਤੇ ਅੱਗੇ ਵੀ ਮੈਂ ਦੇਖ ਰਿਹਾ ਕਿ ਇੱਥੇ ਵੀ ਕੁਝ ਤਿਆਰ ਹੋ ਰਿਹਾ, ਸੋ ਵੈਦ ਸਾਹਿਬ ਤੋਂ ਇਹ ਵੀ ਪੁੱਛਾਂਗੇ ਕਿ ਇਹ ਕੀ ਹੈ? ਇਹ ਹੁਣ ਅਸੀਂ ਤੇਲ ਨੂੰ ਕਾੜਾ ਦੇ ਰਹੇ ਹਾਂ ਜੀ। ਜਿਹੜਾ ਤੇਲ ਹੈ, ਇੱਕ ਵਾਰੀ ਅਸੀਂ ਥੋੜਾ ਨਜ਼ਦੀਕ ਆ ਕੇ ਇੱਕ ਵਾਰ ਦਿਖਾਈਏ। ਇਹਨੂੰ ਤੇਲ ਨੂੰ ਅਸੀਂ ਪਕਾ ਰਹੇ ਹਾਂ ਜੀ, ਜਿਹਨੂੰ ਆਪਾਂ ਕਹਿੰਦੇ ਕਿਸ ਚੀਜ਼ ਦਾ ਤੇਲ ਹੈ ਇਹ? ਆਮ ਤੌਰ ਤੇ ਨਾ ਜੀ ਤਿਲ ਦਾ ਤੇਲ ਵੀ ਕੰਮ ਆਉਂਦਾ ਹੈਗਾ, ਕਈ ਤਰ੍ਹਾਂ ਦੇ ਤੇਲ ਕੰਮ ਆਉਂਦੇ ਨੇ, ਨਿਰਗੁੰਡੀ ਦਾ ਵੀ ਤੇਲ ਕੰਮ ਆਉਂਦਾ ਹੈਗਾ। ਹੁਣ ਇਹ ਦੇਖੋ ਸਾਡੇ ਕੋਲ ਇਹ ਜਿਹੜਾ ਸੈਚਨ ਆਦਿ ਤੇਲ, ਇਹ ਸਾਰੇ ਸ਼ਾਸਤਰੀ ਯੋਗ ਨੇਗੇ ਜੀ। ਔਰ ਸਾਡੇ ਕੋਲ ਇਹ ਦੇਖੋ ਇਹ ਕਸ਼ੀਰ ਬਲਾ, ਇਹ ਤਾਕਤ ਵਾਸਤੇ ਬਹੁਤ ਇਫੈਕਟਿਵ ਹੈਗਾ। ਕਸ਼ੀਰ ਬਲਾ ਬਲ ਨੂੰ ਵਧਾਉਣ ਵਾਲਾ ਹੈ ਜੀ। ਔਰ ਐਸੇ ਹੀ ਦੇਖੋ ਇਹ ਮਹਾਨਰੈਣ ਤੇਲ, ਇਹ ਸਾਰੇ ਉਹ ਤੁਸੀਂ ਦੇਖਿਆ ਮੈਂ ਤੁਹਾਡੇ ਕੋਲ ਸਟੂਡੀਓ 'ਚ ਵੀ ਇਹਨਾਂ ਤੇਲਾਂ ਦਾ ਜ਼ਿਕਰ ਕਰਦਾ ਹੁੰਦਾ, ਪੁੱਛਿਆ ਪਿੱਛੇ ਵੀ ਨੇ। ਹਾਂਜੀ, ਤੁਸੀਂ ਨਾਮ ਲੈਂਦੇ ਹੁੰਦੇ ਹੋ। ਹਾਂਜੀ, ਇਹ ਸਾਰੇ ਉਹ ਤੇਲ ਨੇਗੇ ਜਿਹੜੇ ਕਿ ਇਮੀਡੀਏਟਲੀ ਐਕਸਟਰਨਲੀ ਜੀ ਬਾਡੀ ਨੂੰ ਟੋਨ ਅਪ ਕਰਦੇ ਨੇ। ਕਿਤੇ ਕੋਈ ਨਰਵਸ ਸਿਸਟਮ ਦੇ ਵਿੱਚ ਵੀਕਨੈਸ ਹੈ, ਕਿਤੇ ਕੋਈ ਇਨਫਲਾਮੇਸ਼ਨ ਹੈ, ਕਿਤੇ ਕੋਈ ਪੇਨ ਹੋ ਰਿਹਾ ਹੈਗਾ, ਕਿਸੇ ਕਾਰਨ ਵੀ ਹੈ, ਦੇਖੋ ਵੇਦਨਾ ਕਿਤੇ ਵੀ ਹੋਏਗੀ, ਚਾਹੇ ਉਹ ਜੋੜਾਂ 'ਚ ਸਰੋਤਰੀ ਦੇ ਅਬਸਟ੍ਰਕਸ਼ਨ ਕਰਕੇ ਹੋਵੇ, ਉਹ ਆਯੁਰਵੇਦ ਦੇ ਹਿਸਾਬ ਨਾਲ ਵਾਤਾ ਦੋਸ਼ ਕਰਕੇ ਹੋਏਗੀ। ਹੁਣ ਇਹ ਤੇਲ ਥੋੜ੍ਹਾ ਪੱਕੇਗਾ, ਫਿਰ ਅੱਗੇ ਉਹ ਪੇਸ਼ੈਂਟ ਦੇ ਕੰਮ ਆਏਗਾ। ਇਹਦੇ ਅਸੀਂ ਕੀ ਕਰ ਦਿਆਂਗੇ, ਇਹ ਹੁਣ ਤੁਸੀਂ ਇੱਧਰ ਦੇਖੋ, ਇਹ ਹਾਂ ਇੱਧਰ ਵੀ ਅਸੀਂ ਦੇਖ ਰਹੇ ਹਾਂ, ਇਹ ਪੋਟਲੀ ਤਿਆਰ ਹੁੰਦੀ ਹੈ। ਅੱਛਾ, ਹੁਣ ਇਹ ਜਿਵੇਂ ਦੀ ਆਹ ਪੋਟਲੀ ਬਣੀ ਹੋਈ ਹੈ। ਹਾਂ, ਮੈਂ ਉਹੀ ਦੱਸਣ ਲੱਗਿਆ ਤੁਹਾਨੂੰ। ਅਸੀਂ ਪਹਿਲਾਂ ਹੁਣ ਦੇਖੋ ਤੁਹਾਡੇ ਸਾਹਮਣੇ ਇਹ ਪੋਟਲੀ ਬਣਨੀ ਸ਼ੁਰੂ ਹੋ ਗਈ ਹੈ। ਠੀਕ ਹੈ। ਇਹਦੇ ਵਿੱਚ ਕਿਹੜੇ ਪੱਤੇ, ਨਿਰਗੁੰਡੀ, ਐਲੋਵੀਰਾ, ਔਰ ਜਿੰਨੇ ਤੁਹਾਨੂੰ ਇਹ ਨਜ਼ਰ ਆ ਰਹੇ ਨੇ ਨਾ, ਹਲਦੀ, ਅਦਰਕ, ਇਹ ਲੈਮਨ ਹੋਇਆ, ਨਿੰਬੂ ਹੋਇਆ, ਔਰ ਇਹ ਤੁਹਾਡਾ ਲਸਣ ਹੋਇਆ, ਇਹ ਸਭ ਦੀ ਜਿਹੜੀਆਂ ਹੈਗੀਆਂ ਰੋਜ਼ ਤਾਜ਼ਾ ਪੋਟਲੀਆਂ ਬਣਦੀਆਂ ਨੇ। ਇਹ ਜਿਹੜੀਆਂ ਪੋਟਲੀਆਂ ਨੇ, ਇਹ ਅੰਦਰੋਂ ਅਸੀਂ ਇਹਨਾਂ ਨੂੰ ਲਿਖ ਕੇ ਭੇਜ ਦਿਆਂਗੇ ਵੀ ਇਹ ਪੇਸ਼ੈਂਟ ਦਾ ਵਾਤਜ ਹੈ, ਇਹ ਪਿੱਤਜ ਹੈ, ਇਹ ਕਫਜ ਹੈ, ਉਹਦੇ ਮੁਤਾਬਕ ਇਹ ਪੋਟਲੀਆਂ ਤਿਆਰ ਕਰਦੇ ਨੇ। ਇਹਨਾਂ ਨੂੰ ਲਿਖ ਕੇ ਉਧਰੋਂ ਆਉਂਦਾ ਥੈਰੇਪਿਸਟਾਂ ਨੂੰ, ਉਹਦੇ ਮੁਤਾਬਕ ਹੀ ਜਿਹੜੇ ਨੇ ਇਹ ਪੱਤੇ ਜਾਂ ਤੇਲ ਕਿਹੜਾ ਯੂਜ਼ ਕਰਨਾ ਹੈ। ਇਹ ਦੇਖੋ ਸਾਰੇ ਲੀਵ ਜਿਹੜੇ ਪਏ ਨੇਗੇ ਜੀ, ਇਹ ਤੁਸੀਂ ਦੇਖ ਰਹੇ ਹੋ ਨਾ, ਨਿੰਮ ਦੇ ਪੱਤੇ ਪਏ ਨੇਗੇ ਜੀ, ਹੈ ਨਾ ਜੀ। ਇਹ ਸਾਰੇ ਆ ਜਿਹੜੀਆਂ ਇਹ ਤਾਜ਼ੀਆਂ ਪੋਟਲੀ ਬਣੀਆਂ ਨੇਗੀਆਂ। ਇਹ ਜਿਹੜੀਆਂ ਪੋਟਲੀਆਂ ਨੇਗੀਆਂ, ਇਹ ਇੱਕ ਅੰਗ ਹੈਗਾ, ਅਸੀਂ ਕਹਿੰਦੇ ਪੱਤਰ ਪਿੰਡ ਸਵੇਦ, PPS ਕਰਨਾ ਪੇਸ਼ੈਂਟ ਦਾ, ਤਾਂ ਉਹ ਪੱਤਰ ਪਿੰਡ ਦਾ ਪੋਟਲੀ ਸਵੇਦ, ਪੱਤਰ ਮੀਨਸ ਜਿਹੜਾ ਤੁਸੀਂ ਦੇਖ ਰਹੇ ਹੋਗੇ ਜੀ, ਪਿੰਡ ਉਦੋਂ ਇੱਕ ਪੋਟਲੀ ਬਣਾ ਕੇ ਪੇਸ਼ੈਂਟ ਨੂੰ ਇਹ ਜਿਹੜਾ ਤੇਲ ਤੁਸੀਂ ਦੇਖਿਆ ਸੀਗਾ ਜੀ, ਜਿਹੜਾ ਕੱਢ ਰਿਹਾ ਹੈਗਾ, ਉਸ ਦੇ ਵਿੱਚ ਇਹਨੂੰ ਪੋਟਲੀ ਨੂੰ ਡਿਪ ਕਰਕੇ ਜਦੋਂ ਅਸੀਂ ਪੇਸ਼ੈਂਟ ਦੀ ਸਕਿਨ ਦੇ ਉੱਪਰ ਟੋਨ ਅਪ ਕਰਦੇ ਹਾਂ, ਹੈਮੀਪਲੀਜੀਆ, ਪੈਰਾਲਾਈਟਿਕ ਜਿਹੜੇ ਨੇਗੇ, ਕਈਆਂ ਨੂੰ ਜਿਹੜਾ ਹੈ ਕੋਈ ਪਾਸਾ, ਈਵਨ ਕਿ ਜਿਹੜੇ ਨੂੰ ਜੀ ਪੋਸਟ ਜਿਹੜੇ ਹੁਣ ਹੋਏ ਨੇਗੇ ਕੋਵਿਡ ਦੇ ਪੇਸ਼ੈਂਟ ਜੀ, ਪੋਸਟ ਕੋਵਿਡ ਪੇਸ਼ੈਂਟ ਵਾਸਤੇ ਬਹੁਤ ਇਫੈਕਟਿਵ ਜਿਹੜਾ ਹੈ ਸਾਡਾ ਟ੍ਰੀਟਮੈਂਟ ਹੈਗਾ। ਅੱਛਾ ਜੀ। ਹੋਰ ਤਾਂ ਹੋਰ ਸ਼ੇਖਰ ਜੀ, ਆ 2 ਮਹੀਨਾ ਪਹਿਲਾਂ ਚਿਕਨਗੁਨੀਆ ਬਹੁਤ ਚੱਲਿਆ, ਲੋਕਾਂ ਨੂੰ 2 ਦਿਨ ਰਿਹਾ, 1 ਦਿਨ ਰਿਹਾ, ਪਰ 3 ਮਹੀਨੇ ਹੋ ਗਏ ਤਾਂ ਉੱਠਿਆ ਨਹੀਂ ਜਾਂਦਾ। ਉਹਦੇ ਵਾਸਤੇ ਉਹਦੇ ਵਾਸਤੇ ਸਾਡਾ ਜਿਹੜਾ ਪੰਚਕਰਮ ਦਾ ਟ੍ਰੀਟਮੈਂਟ ਹੈਗਾ, ਇਹ ਬਹੁਤ ਹੀ ਇਫੈਕਟਿਵ ਹੈ। ਦੇਖੋ, ਨਾ ਤਾਂ ਇਹਦਾ ਕੋਈ ਸਾਈਡ ਇਫੈਕਟ ਹੈਗਾ, ਉਲਟਾ ਪੂਰੀ ਬਾਡੀ ਨੂੰ ਟੋਨ ਅਪ ਕਰਦਾ ਹੈਗਾ। ਕੀ ਬਾਤ।
ਔਰ ਜਿੰਨੇ ਵੀ ਅਰਥਰਾਈਟਿਸ ਦੇ, ਸੋਰਾਇਸਿਸ ਦੇ, ਸਕਿਨ ਦੇ ਪ੍ਰੋਬਲਮ ਹੈ, ਵਾਯੂ ਨਾਲ ਰਿਲੇਟਡ ਬਾਡੀ ਦੇ ਵਿੱਚ ਪੇਨ ਹੈਗਾ, ਹਾਂਜੀ, ਸਰਵਾਈਕਲ ਸਪੌਂਡਲਾਈਟਿਸ ਦੇ, ਹੁਣ ਉਹਦੇ ਵਾਸਤੇ ਅਲੱਗ ਤਰ੍ਹਾਂ ਦੀ ਬੋਟਲ ਦੀ ਤਿਆਰ ਹੁੰਦੀ ਹੈ ਜੀ। ਓਕੇ। ਔਰ ਬੈਕ ਦੇ ਵਿੱਚ ਜਿਨ੍ਹਾਂ ਦੇ ਕੰਪਰੈਸ਼ਨ ਹੋ ਜਾਂਦਾ ਹੈਗਾ, ਲੰਬਰ ਦੇ ਵਿੱਚ ਕੰਪਰੈਸ਼ਨ ਹੋ ਜਾਂਦਾ ਹੈਗਾ, ਉਹਦੇ ਅਸੀਂ ਨਾਲ ਬਸਤੀ ਕਰ ਦਿਆਂਗੇ ਜੀ। ਉਹ ਬਸਤੀ ਦਾ ਅਸੀਂ ਇੱਕ ਆਟੇ ਦਾ ਪਿੱਟ ਬਣਾ ਕੇ ਉੱਥੇ ਜਿਹੜਾ ਇਹ ਤੇਲ ਹੈਗਾ ਜੀ, ਜਿਹੜਾ ਕੱਢ ਹੈਗਾ, ਉਹ ਤੇਲ ਪਰ ਪੋਰ ਕੀਤਾ ਜਾਂਦਾ ਹੈਗਾ। ਉਹਦੇ ਨਾਲ ਜਿਹੜੇ ਬਾਡੀ ਦੀ ਲੁਬਰੀਕੇਸ਼ਨ ਵੀ ਹੋ ਜਾਂਦੀ ਹੈ, ਉਹ ਨਾਲੇ ਕੋਈ ਬਹੁਤ ਸਾਰੀਆਂ ਦਵਾਈਆਂ ਨਹੀਂ ਖਾਣੀਆਂ ਪੈਂਦੀਆਂ। ਨਹੀਂ ਆਮ ਤੌਰ 'ਤੇ ਤੁਸੀਂ ਦੇਖੋ ਇਹਦੇ ਪੈਰਲਲ ਜਿਹੜੇ ਟ੍ਰੀਟਮੈਂਟ ਨੇਗੇ, ਕੀ ਹੁੰਦਾ ਹੈਗਾ, ਐਕਸਰੇ ਕਰਾ ਲਓ, ਸਕੈਨ ਕਰਾ ਲਓ, MRI ਕਰਾ ਲਓ, ਉਹ ਰੇਜ਼ ਪਾ ਕੇ ਬਲਕਿ ਹੋਰ ਡਰਾਈਨੈਸ ਹੋ ਜਾਂਦੀ ਹੈ ਬਾਡੀ ਦੇ ਵਿੱਚ ਜੀ। ਇਹ ਉਹ ਟ੍ਰੀਟਮੈਂਟ ਹੈ ਜਿਹੜਾ ਕਿ ਅਥੈਂਟਿਕ ਵੀ ਹੈ, ਸਾਇੰਟੀਫਿਕ ਵੀ ਹੈ ਔਰ ਇਫੈਕਟਿਵ ਵੀ ਹੈ। ਔਰ ਨਾਲ ਸਾਈਡ ਇਫੈਕਟ ਵੀ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੇ। ਇਸ ਗੜਵੀ ਦਾ ਕੀ ਕੰਮ ਹੈ? ਇਹ ਗੜਬੀ ਨਹੀਂ ਜੀ, ਇਹ ਬਹੁਤ ਵਧੀਆ ਯੰਤਰ ਹੈ। ਅੱਛਾ ਜੀ। ਇਹ ਸ਼ਿਰੋਧਾਰਾ। ਸ਼ਿਰੋਧਾਰਾ ਇਹਦੇ ਵਿੱਚ ਕੀ ਹੈ, ਇਹ ਦੇਖੋ ਜਿੰਨੇ ਐਂਗਜ਼ਾਇਟੀ ਦੇ ਪੇਸ਼ੈਂਟ ਨੇ ਜੀ, ਜਿੰਨੇ ਸਟ੍ਰੈਸ ਦੇ ਪੇਸ਼ੈਂਟ ਨੇ, ਜਿਹੜੇ ਕਹਿੰਦੇ ਸਾਨੂੰ ਨੀਂਦ ਨਹੀਂ ਜੀ ਪ੍ਰੋਪਰ ਆਉਂਦੀ, 2 ਘੰਟੇ ਸੌਂਦੇ ਆ, 3 ਘੰਟੇ ਨੀਂਦ ਖੁੱਲ੍ਹ ਜਾਂਦੀ ਹੈ, ਇਹਦੇ ਵਿੱਚ ਅਸੀਂ ਤੇਲ ਪਾਉਂਦੇ ਹਾਂ ਜੀ। ਠੀਕ ਹੈ। ਇਹ ਉਹੀ ਦੋਸ਼ਾਂ ਦੇ ਮੁਤਾਬਕ ਕਿਹੜੇ ਤੇਲ ਦੀ ਜ਼ਰੂਰਤ ਹੈ, ਤਾਂ ਤੇਲ ਪਾ ਕੇ ਨਾ ਜਦੋਂ ਅਸੀਂ ਉਹ ਪੇਸ਼ੈਂਟ ਦਾ ਥੋੜ੍ਹਾ ਜਿਹਾ ਇਹ ਜਿਹੜੇ ਪ੍ਰੈਸ਼ਰ ਨੇ, ਸਾਡੇ ਇੱਥੇ ਗਲੈਂਡ ਹੈਗਾ, ਉਹਨੂੰ ਥੋੜ੍ਹਾ ਪ੍ਰੈਸ਼ਰ ਨਾਲ ਮਾਈਲਡਲੀ ਦੱਬ ਕੇ ਉਸ ਤੋਂ ਅਸੀਂ ਜਦੋਂ ਇਹ ਤੇਲ ਧਾਰਾ ਦੇ ਨਾਲ ਪਾਉਂਦੇ ਹਾਂ, ਸ਼ਿਰੋਧਾਰਾ, ਅੱਛਾ, ਫੋਰਹੈਡ ਦੇ ਉੱਪਰ ਧਾਰਾ ਦੇ ਨਾਲ ਤੇਲ ਜਦੋਂ ਪਾਉਂਦੇ ਆ, ਮੈਂ ਕਈ ਲੋਕਾਂ ਨੂੰ ਦੇਖਦਾ ਕਿ ਇੱਥੇ ਲੋਕ ਜਿਹੜੇ ਕਹਿੰਦੇ ਨੀਂਦ ਨਹੀਂ ਆਉਂਦੀ, ਸ਼ਿਰੋਧਾਰਾ ਕਰਾਉਂਦੇ ਉਹਨਾਂ ਨੂੰ ਖਰਾਟੇ ਵੱਜ ਰਹੇ ਹੁੰਦੇ ਨੇ। ਅੱਛਾ ਜੀ। ਔਰ ਉੱਠ ਕੇ ਇਹ ਕਹਿੰਦੇ ਵੀ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਸ ਤਰ੍ਹਾਂ ਸੁੱਤੇ ਆਂਗੇ। ਕਿੰਨਾ ਇਫੈਕਟਿਵ ਹੈਗਾ। ਸੋ ਇਹ ਤੇ ਬਿਲਕੁਲ ਇੱਕ ਮੈਜਿਕ ਹੋ ਗਿਆ। ਤੁਸੀਂ ਇਹ ਦੇਖੋ, ਜੇ ਤੁਸੀਂ ਇਹ ਥੋੜ੍ਹਾ ਜਿਹਾ ਪੜ੍ਹੋਗੇ ਨਾ ਹਿਸਟਰੀ, ਜਿਹੜੇ ਪਹਿਲਾਂ ਗਿਆਨੀ ਜਾਂ ਸਮਝ ਲਓ ਸਾਇੰਟਿਸਟ ਜਾਂ ਸਮਝ ਲਓ ਆਯੁਰਵੇਦ ਆਚਾਰੀਆ ਜੰਗਲਾਂ ਦੇ ਵਿੱਚ ਤਪ ਕਰਦੇ ਸੀ, ਤਪੱਸਿਆ ਕਰਦੇ ਸੀ, ਉਹ ਉੱਥੇ ਜਟਾਮਾਨਸੀ, ਤੱਗਰ, ਔਰ ਇਹ ਜਿਹੜੀਆਂ ਇਹ ਥੈਰੇਪੀਜ਼ ਨੇ, ਇਹਨਾਂ ਨਾਲੇ ਉਦੋਂ ਉਹਨਾਂ ਦੇ ਨਾਮ ਕੁਝ ਹੋਰ ਹੁੰਦੇ ਸੀ ਜੀ। ਅੱਜ ਲੋਕਾਂ ਨੂੰ ਸਮਝਾਉਣ ਵਾਸਤੇ, ਲੋਕਾਂ ਨੂੰ ਸਮਝਣ ਵਾਸਤੇ, ਅੱਜ ਐਜੂਕੇਸ਼ਨ ਦੇ ਸਤਰ ਨੂੰ ਉੱਚਾ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਮ ਆ ਗਏ, ਇਸ ਤਰ੍ਹਾਂ ਦੀਆਂ ਪਿਕਚਰਸ ਆ ਗਈਆਂ। ਤੁਸੀਂ ਮੈਨੂੰ ਆਪ ਦੱਸੋ, 10 ਸਾਲ ਪਹਿਲਾਂ ਗੂਗਲ 'ਤੇ ਕਿੱਥੇ ਚੀਜ਼ਾਂ ਨੂੰ ਰਿਕਗਨੀਸ਼ਨ ਸੀ? ਬਿਲਕੁਲ। ਅੱਜ ਜੇ ਇਹ ਅਸੈਪਟੈਂਸ ਹੋਈ ਹੈ, ਅੱਜ ਲੋਕ ਇਹਦੇ ਨਾਲ ਠੀਕ ਨਹੀਂ ਹੋ ਰਹੇ, ਬਲਕਿ ਬਿਨਾਂ ਸਾਈਡ ਇਫੈਕਟ ਠੀਕ ਹੋ ਰਹੇ ਨੇ। ਅੱਜ ਮੈਨੂੰ ਤਾਂ ਕੋਵਿਡ ਦੇ ਕਰਕੇ ਦੇਖੋ, ਮੈਂ ਨਹੀਂ ਕਹਿੰਦਾ ਕਿ ਕੋਈ ਅੱਛੀ ਚੀਜ਼ ਸੀ ਕੋਵਿਡ, ਲੇਕਿਨ ਕੋਵਿਡ ਤੋਂ ਬਾਅਦ ਆਯੁਰਵੇਦ ਦਾ ਬਹੁਤ ਅੱਛਾ ਪ੍ਰਚਾਰ, ਅਵੇਅਰਨੈਸ ਬਹੁਤ ਆਈ ਹੈ ਨਾ ਜੀ। ਵੈਦ ਸਾਹਿਬ, ਅਸੀਂ ਉਹ ਵੀ ਦੇਖਦੇ ਹਾਂ ਕਿ ਜਿੱਥੇ ਤੁਹਾਡਾ ਮੈਡੀਸਨ ਸੈਂਟਰ ਹੈਗਾ, ਸੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਦਵਾਈਆਂ ਬਣਦੀਆਂ ਨੇ, ਔਰ ਜਿਹੜੇ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡੇ ਦਰਸ਼ਕ ਦੇਖ ਰਹੇ ਨੇ, ਉਹਨਾਂ ਤੱਕ ਇਹ ਦਵਾਈਆਂ ਕਿਵੇਂ ਪਹੁੰਚਦੀਆਂ, ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਗੱਲਾਂ ਬਾਤਾਂ ਤੇ ਚੱਲਦੀਆਂ ਰਹਿਣਗੀਆਂ ਨਾਲ ਨਾਲ। ਆਓ ਮੈਂ ਤੁਹਾਨੂੰ ਹੁਣ ਨਾ ਜੀ ਜਿਹੜਾ ਡਿਸਪੈਂਸਰੀ ਹੈ ਸਾਡੀ, ਹਾਂਜੀ, ਉਹ ਵੀ ਤੁਹਾਨੂੰ ਦਿਖਾਉਣਾ ਮੈਂ। ਠੀਕ ਹੈ। ਸਾਡੇ ਕੋਲੇ ਕੀ ਬਾਤ ਹੈ। ਇਸ ਤੋਂ ਇਲਾਵਾ ਨਾ, ਇਸ ਤੋਂ 3 ਗੁਣਾ ਸਪੇਸ ਸਾਡੇ ਪਿੱਛੇ ਵੀ ਹੈ, ਜਿੱਥੇ ਅਸੀਂ IPD, ਜਿੱਥੇ ਅਸੀਂ ਸਟੋਰ ਰੱਖਦੇ ਹਾਂ। ਕਿਉਂਕਿ ਕਈ ਵਾਰ ਸਾਨੂੰ ਨਾ, ਜਿਵੇਂ ਹੁਣ ਅਸੀਂ ਲੰਡਨ ਆਪਦਾ ਸੈਂਟਰ ਖੋਲ੍ਹਿਆ ਹੈਗਾ, ਬਰੰਪਟਨ ਤੋਂ, ਲੰਡਨ ਤੋਂ, USA ਤੋਂ ਕਈ ਵਾਰ ਬਲਕ ਵਿੱਚ ਆਰਡਰ ਆ ਜਾਂਦੇ ਨੇ ਪੇਸ਼ੈਂਟਸ ਦੇ। ਕੋਈ 6 ਮਹੀਨੇ ਦਵਾਈ ਮੰਗਾ ਲੈਂਦਾ, 3 ਮਹੀਨੇ ਦਵਾਈ ਮੰਗਾ ਲੈਂਦਾ, ਤਾਂ ਉੱਥੇ ਫਿਰ ਸਾਨੂੰ ਜਿਹੜਾ ਹੈ ਸਟੋਰ ਵੀ ਕਾਫੀ ਦਵਾਈਆਂ ਜਿਹੜੀਆਂ ਰੱਖਣੀਆਂ ਪੈਂਦੀਆਂ ਨੇਗੀਆਂ ਜੀ। ਹੁਣ ਦੇਖੋ ਇੱਥੇ ਮੈਂ ਦੇਖ ਰਿਹਾ ਕਿ ਆਹ ਵਾਲੀਆਂ ਦਵਾਈਆਂ ਜਿਹੜੀਆਂ ਲੱਗੀਆਂ ਹੋਈਆਂ ਨੇ, ਔਰ ਤਕਰੀਬਨ ਸਭ ਦੇ ਉੱਤੇ ਨਾਮ ਬੜੇ ਨਾਰਮਲ ਲਿਖੇ ਹੋਏ ਨੇ। ਜਿਵੇਂ ਆਹ ਮੈਂ ਦੇਖ ਰਿਹਾ ਨਰਵ ਪਲੱਸ। ਦੱਸਦਾ ਜੀ, ਇਹਦਾ ਕਾਰਨ ਇਹ ਹੈਗਾ ਵੀ ਅਸੀਂ ਨਾਮ ਇਸ ਤਰ੍ਹਾਂ ਦੇ ਰੱਖ ਕੇ, ਦੇਖੋ ਇਹੀ ਤਾਂ ਫਾਇਦਾ ਹੁੰਦਾ ਐਕਸਪੀਰੀਅੰਸ ਦਾ। ਅਸੀਂ 131 ਸਾਲ ਦਾ ਐਕਸਪੀਰੀਅੰਸ ਆਪਦੇ ਨਾਲ ਲੈ ਕੇ ਘੁੰਮ ਰਹੇ ਹਾਂ ਜੀ। ਇਹ ਅਸੀਂ ਨਾਮ ਇਸ ਤਰ੍ਹਾਂ ਦੇ ਅਪਰੂਵ ਕਰਵਾਏ ਨੇ, ਇੱਕ ਕਾਮਨ ਮੈਨ ਵੀ ਜੀ ਇਹ ਸਮਝ ਸਕੇ ਨਾਮ ਤੋਂ ਵੀ ਇਹ ਦਵਾਈ ਕਾਹਦੇ ਵਾਸਤੇ ਹੈ। ਜਿਵੇਂ ਕਿ ਹੁਣ ਤੁਸੀਂ ਦੇਖੋ ਵੀ ਮਨ ਮਿੱਤਰ ਹੈ ਜੀ, ਬ੍ਰੇਨ ਟੋਨਿਕ ਹੈ, ਜਿਹੜੀ ਕਿ ਤੁਹਾਨੂੰ ਰਿਲੈਕਸ ਕਰਦੀ ਹੈ, ਉਹ ਮਨ ਮਿੱਤਰ ਹੈ। ਨਰਵ ਅਪ ਹੈ, ਨਰਵ ਪਲੱਸ ਹੈ, ਨਰਵਸ ਸਿਸਟਮ ਨੂੰ ਜਿਹੜੀ ਅਪਗ੍ਰੇਡ ਕਰਦੀ ਹੈ। ਹਾਂਜੀ, ਇਹ ਬੈਕ ਕੇਅਰ ਹੈ। ਹਾਂਜੀ, ਹੁਣ ਬੈਕ ਕੇਅਰ ਦੇ ਵਿੱਚ ਕੀ ਹੈ ਕਿ ਜਿਹੜੀ ਬੈਕ ਪੇਨ ਲਈ ਬਹੁਤ ਇਫੈਕਟਿਵ ਹੈ। ਇੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਸ਼ੇਖਰ ਜੀ, ਹਰੇਕ ਦੇ ਉੱਪਰ QR ਕੋਡ ਲੱਗਿਆ ਹੋਇਆ। ਤੁਸੀਂ ਆਪਦੇ ਫੋਨ ਦੇ ਉੱਪਰ ਵੀ ਇਹਨੂੰ ਸਕੈਨ ਕਰਕੇ, ਜਾਂ ਤੁਸੀਂ ਸਕੈਨ ਕਰੋਗੇ ਤਾਂ ਬੈਕ ਕੇਅਰ ਦੇ ਵਿੱਚ ਕੀ ਇਨਗਰੀਡੀਐਂਟਸ ਨੇ, ਅੱਛਾ, ਔਰ ਉਹ ਇਨਗਰੀਡੀਐਂਟਸ ਕਿਵੇਂ ਬਣਾਏ ਨੇਗੇ, ਕਿੰਨੀ ਕੁਆਂਟੀਟੀ ਹੈ ਇਨਗਰੀਡੀਐਂਟਸ ਦੀ, ਦੇ ਵਿੱਚ ਉਹ ਸਾਰਾ ਦੇ ਵਿੱਚ ਹੋਏਗਾ। ਓਕੇ। ਉਹ ਜਿਹੜਾ ਉਹ ਕਹਿੰਦੇ ਸੀ ਨਾ ਜੀ ਕਿ ਇਹ 'ਚ ਪਤਾ ਨਹੀਂ ਭਸਮਾਂ ਕੀ ਹੁੰਦੀਆਂ ਨੇ ਜੀ, ਕਿਵੇਂ ਬਣਦੀਆਂ ਨੇ, ਹਰੇਕ ਚੀਜ਼ ਦਾ ਇਹ 'ਚ ਜਿਹੜਾ ਐਕਸਪਲੇਨ ਕੀਤਾ ਹੋਏਗਾ। ਅੱਛਾ, ਇੱਕ ਚੀਜ਼ ਮੈਂ ਹੋਰ ਖਾਸ ਦੇਖ ਰਿਹਾ ਸੀਗਾ ਕਿ ਇਸ ਦੇ ਉੱਪਰ ਡੋਜ਼ ਵੀ ਲਿਖੀ ਹੋਈ ਹੈ। ਹਾਂਜੀ, ਹੈ ਨਾ, ਕਿ ਅਗਰ ਮਤਲਬ ਅਗਰ ਕੋਈ ਬੰਦਾ, ਜਿਵੇਂ ਅਸੀਂ ਕਈ ਵਾਰ
ਪਰਚੀ ਸਾਡੀ ਇੱਧਰ ਉੱਧਰ ਹੋ ਜੀ। ਗਈ ਤਾਂ ਸਾਨੂੰ ਡੋਜ਼ ਨਹੀਂ ਪਤਾ ਲੱਗ ਰਹੀ ਤੇ ਇਹਦੇ ਉੱਪਰ ਹੀ ਬਿਲਕੁਲ ਲਿਖੀ ਹੋਈ ਹੈ। ਬਿਲਕੁਲ ਆ ਦੇਖੋ ਨਾ ਜੀ, ਹੁਣ ਇਹ ਸਕਿਨ ਕੇਅਰ ਹੈ, ਹਾਂਜੀ ਇਹ ਸਕਿਨ ਵਾਸਤੇ ਹੈ, ਸਕਿਨ ਤੇ ਕੋਈ ਅਲਰਜੀ ਹੈ, ਪਿਗਮੈਂਟੇਸ਼ਨ ਹੈ, ਠੀਕ ਹੈ ਜੀ। ਪਤਾ ਕੀ ਗੱਲ ਹੁੰਦੀ ਸੀ ਜੀ, ਜਦੋਂ ਨਾ ਪਹਿਲਾਂ ਕਈ ਵਾਰ ਬਾਹਰ ਫੋਨ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤਾਂ ਫੋਨ ਵੀ ਆਰਾਮ ਨਾਲ ਮਿਲਦੇ ਨੇ ਜੀ। ਬਾਹਰ, ਸਾਡੇ ਫੋਰਨ ਦੇ ਵਿੱਚ ਪੇਸ਼ੈਂਟ ਬਹੁਤ ਨੇਗੇ, ਤੇ ਤਾਂ ਕਿ ਉਹਨਾਂ ਨੂੰ ਕੋਈ ਹਾਲਾਂਕਿ ਅਸੀਂ ਨਾਲ ਸਲਿੱਪ ਬਣਾ ਕੇ ਐਕਸਪਲੇਨ ਕਰਕੇ ਭੇਜਦੇ ਹਾਂ, ਫਿਰ ਵੀ ਅਸੀਂ ਨਾਲ ਉੱਪਰ ਮੈਂਸ਼ਨ ਕਰਾਉਂਦੇ ਹਾਂ ਵੀ ਜੀ ਇਹਦੀ ਡੋਜ਼ ਆ ਹੈਗੀ। ਈਵਨ ਜਿਹੜੇ ਸਾਡੇ ਪਾਊਡਰ ਨੇਗੇ ਨਾ, ਉਹਨਾਂ ਉੱਪਰ ਵੀ ਤੁਹਾਨੂੰ ਲਿਖਿਆ ਮਿਲੇਗਾ। ਹੁਣ ਆ ਦੇਖੋ, ਸਾਡਾ ਇਹ ਬਹੁਤ ਹੀ ਪ੍ਰੀਮੀਅਮ ਮੈਡੀਸਨ ਹੈ ਸਾਡੀ, ਪ੍ਰੀਮੀਅਮ ਡਿਟੌਕਸ ਪਾਊਡਰ, ਬੋਡੀ ਨੂੰ ਡਿਟੌਕਸ ਕਰਨ ਵਾਸਤੇ। ਅੱਛਾ ਜੀ। ਇਹਦਾ ਜਿਹੜਾ ਇੱਕ ਇਨਗਰੀਡੀਐਂਟਸ ਇਹਦੇ ਵਿੱਚ ਕੀ ਹੈ, ਉਹ ਸਭ ਇਹਦੇ ਵਿੱਚ ਮੈਂਸ਼ਨ ਹੈਗਾ, ਜੀ। ਕਿੰਨਾ ਹੈਗਾ, ਤਾਂ ਕਿ ਪੇਸ਼ੈਂਟ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਕਿਉਂਕਿ ਨਾ ਜੀ ਦੇਖੋ, ਇੱਕ ਬੜਾ ਫੈਕਟ ਤੁਹਾਨੂੰ ਮੈਂ ਗੱਲ ਦੱਸਾਂ, ਤੁਸੀਂ ਮੰਨੋਗੇ ਆਯੁਰਵੇਦ ਦੇ ਐਂਟੀ ਪ੍ਰਚਾਰ ਬਹੁਤ ਹੋਇਆ। ਹੁਣ ਤਾਂ ਫਿਰ ਵੀ ਥੋੜ੍ਹਾ, ਕਿਉਂਕਿ ਹੁਣ ਤਾਂ ਸਭ ਚੀਜ਼ ਸਾਹਮਣੇ ਆ ਗਈ ਜੀ। ਨਹੀਂ ਨਾ ਜੀ, ਚਾਹੇ ਕੋਈ ਪੈਥੀਆਂ ਵਾਲੇ, ਚਾਹੇ ਕੋਈ ਹੋਰ ਨੇਗੇ, ਵੀ ਜੀ ਆਯੁਰਵੇਦ ਵਾਲਾ ਤਾਂ ਜੀ ਨਾ ਇਹ ਸਾਇੰਟੀਫਿਕ ਹੁੰਦੀ ਹੈ, ਨਾ ਇਹ ਕੋਈ ਇੰਨੀ ਇਫੈਕਟਿਵ ਪੈਥੀ ਹੁੰਦੀ ਹੈ। ਤੇ ਮੈਂ ਇਹ ਗੱਲ ਕਹਿਣਾ ਵੀ ਹੁਣ ਲੋਕਾਂ ਨੂੰ ਇਹ ਜਦ ਚੀਜ਼ਾਂ ਸਾਹਮਣੇ ਆ ਗਈਆਂ ਵੀ ਜੋ ਅਸੀਂ ਮੈਡੀਸਨ ਖਾ ਰਹੇ ਹਾਂ ਉਹਦੇ 'ਚ ਕੀ ਇਨਗਰੀਡੀਐਂਟਸ ਨੇਗੇ, ਕਿੰਨੇ ਮਾਤਰਾ ਵਿੱਚ ਨੇ, ਡੋਜ਼ ਕੀ ਹੈ ਉਹਦੀ, ਤਾਂ ਉਹ ਜਿਹੜੇ ਮਿਥ ਸੀ ਨਾ, ਉਹ ਹੁਣ ਕਲੀਅਰ ਹੁੰਦੇ ਜਾਂਦੇ ਨੇ ਜੀ। ਲੋਕ ਅੱਜ ਵੀ ਬਹੁਤ, ਮੈਂ ਦੇਖਦਾ, ਮੈਂ ਤਾਂ ਇਹ ਇੱਕ ਚੀਜ਼ ਹੋਰ ਦੱਸਾਂ ਵੀ ਕਈ ਵਾਰ ਨਾ ਜਿਹੜੇ ਤੁਸੀਂ ਪੈਥੀ ਦੇ ਡਾਕਟਰ ਨੇਗੇ, ਉਹ ਜੇ ਉਹਨਾਂ ਕੋਲ ਕਹੋ ਨਾ ਵੀ ਆਯੁਰਵੇਦ ਦਵਾਈ ਜੀ, ਉਹ ਕਹਿੰਦੇ ਨਾ ਇਹ ਆਯੁਰਵੇਦ ਦਵਾਈ ਨਹੀਂ ਖਾਣੀ, ਇਹਦੇ ਬੋਡੀ ਦੇ ਬੜੇ ਸਾਈਡ ਇਫੈਕਟ ਨੇ। ਔਰ ਇੰਟਰਸਟਿੰਗ ਹੈ ਕਿ ਉਹ ਆਪਣੀ ਦਵਾਈ ਲੈਣ ਸਾਡੇ ਕੋਲ ਆਉਂਦੇ ਨੇ। ਅੱਛਾ। ਉਹੀ ਡਾਕਟਰ, ਮੈਂ ਨਾਮ ਨਹੀਂ ਕਿਸੇ ਦੇ ਲੈਣੇ ਚਾਹੁੰਦਾ, ਮੇਰੇ ਕੋਲ ਉਹਨਾਂ ਦੇ ਕਾਰਡ ਰੱਖੇ ਹੋਏ ਸੰਭਾਲ ਕੇ, ਕਦੇ ਲੋੜ ਪਈ ਤਾਂ ਉਹ ਡਾਕੂਮੈਂਟੇਸ਼ਨ ਵੀ ਮੈਂ ਕੀਤੀ ਹੋਈ ਹੈ। ਉਹ ਐਡੇ ਸੀਨੀਅਰ PGI ਦੇ ਮੈਕਸ ਦੇ ਡਾਕਟਰ ਨੇ, ਤੇ ਉਹ ਲੋਕ ਕਹਿੰਦੇ ਨਹੀਂ ਆਯੁਰਵੇਦ ਦਵਾਈ ਨਹੀਂ, ਇਹ ਤਾਂ ਬੇਕਾਰ, ਪਤਾ ਨਹੀਂ ਇਹ ਕੀ ਪਾਉਂਦੇ ਨੇਗੇ, ਠੀਕ ਹੈ ਜੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਜ ਹੁਣ ਉਹ ਜ਼ਮਾਨਾ ਨਹੀਂ ਰਿਹਾ, ਉਹਨਾਂ ਦੀ ਆਪਦੀ ਜਿਹੜੀ ਨੌਲੇਜ ਆ ਉਹ ਅਪਡੇਟ ਨਹੀਂ ਹੈ, ਪਰ ਉਹ ਆਪਦੀ ਦਵਾਈ ਲੈਣ ਵਾਸਤੇ ਉਹਨਾਂ ਨੂੰ ਕੋਈ ਇੰਡਾਈਜੈਸ਼ਨ ਹੋ ਜਾਵੇ, ਅਸਥਮਾ ਹੋ ਜਾਵੇ, ਉਹਦੇ ਲਈ ਆਯੁਰਵੇਦ ਸਾਡੇ ਕੋਲ ਉਹਨਾਂ ਕੋਲ ਕੋਈ ਮੈਡੀਸਨ ਹੀ ਨਹੀਂ ਹੈ। ਵੈਦ ਸਾਹਿਬ, ਚੰਗੀ ਗੱਲ ਮੈਨੂੰ ਇਹ ਦਿਖ ਰਹੀ ਹੈ ਇੱਥੇ, ਜਿਵੇਂ ਕਿ ਪਹਿਲਾਂ ਹੋਇਆ ਕਰਦਾ ਸੀ ਕਿ ਕਿਸੇ ਵੈਦ ਕੋਲ ਗਏ, ਉਹ ਪੂੜੀ ਬਣਾ ਕੇ ਦੇ ਦਿੰਦੇ ਹੁੰਦੇ ਸੀਗੇ, ਹੈ ਨਾ, ਉਹ ਸਿਰਫ ਉਹ ਪੂੜੀਆਂ ਦੇ ਉੱਪਰ ਹੀ ਲਿਖ ਦਿੱਤਾ, ਜਾਂ ਫਿਰ ਅਲੱਗ-ਅਲੱਗ ਰੰਗ ਦੀਆਂ ਪੂੜੀਆਂ ਦੇ ਦਿੱਤੀਆਂ, ਤਾਂ ਉਹਦੇ ਨਾਲ ਆਮ ਇਨਸਾਨ ਨੂੰ ਉਸ ਦਵਾਈ ਦਾ ਨਹੀਂ ਪਤਾ ਲੱਗ ਪਾਉਂਦਾ ਸੀ, ਤੇ ਉਹ ਟਰਸਟ ਵੀ ਸ਼ਾਇਦ ਅੱਜ ਜਦੋਂ ਪੜ੍ਹ ਲਿਖ ਗਏ ਲੋਕ, ਤਾਂ ਉਹ ਟਰਸਟ ਵੀ ਕਿਤੇ ਕਮਜ਼ੋਰ ਹੋ ਗਿਆ ਸੀ। ਪਰ ਉਸ ਟਰਸਟ ਨੂੰ ਮਜ਼ਬੂਤ ਕੀਤਾ ਤੁਸੀਂ ਦੁਬਾਰਾ, ਜਿਵੇਂ ਮੈਂ ਦੇਖ ਰਿਹਾ ਕਿ ਪ੍ਰੋਪਰ ਬ੍ਰਾਂਡਿੰਗ ਹੈਗੀ ਹੈ, ਨੇਮਸ ਹੈਗੇ ਨੇ, ਔਰ ਤੁਸੀਂ ਇਨਗਰੀਡੀਐਂਟਸ ਉੱਪਰ ਲਿਖੇ ਹੋਏ ਨੇ, ਸੋ ਉਸ ਦੇ ਨਾਲ ਇੱਕ ਐਡਵਾਂਸਮੈਂਟ ਵੀ ਹੋ ਗਈ ਤੇ ਲੋਕਾਂ ਦਾ ਟਰਸਟ ਵੀ ਬਿਲਡ ਹੋ ਗਿਆ। ਡੈਫੀਨੇਟਲੀ ਜੀ, ਡੈਫੀਨੇਟਲੀ। ਦੇਖੋ, ਖਾਸ ਤੌਰ 'ਤੇ ਜਿਹੜੇ ਫੋਰਨ 'ਚ ਲੋਕ ਬੈਠੇ ਨੇ, ਉੱਥੇ ਉਹਨਾਂ ਨੂੰ ਟਰੀਟਮੈਂਟ ਮਿਲਦਾ ਨਹੀਂ ਹੈ ਜੀ। 3 ਮਹੀਨੇ 6 ਮਹੀਨੇ ਹੌਸਪੀਟਲ 'ਚ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ, ਔਰ ਉਹਨਾਂ ਨੂੰ ਇੰਸਟੈਂਟਲੀ ਲੋੜ ਹੈ, ਉਹਨਾਂ ਦੇ ਸਕਿਨ 'ਤੇ ਐਲਰਜੀ ਹੋ ਗਈ, ਪਿਗਮੈਂਟੇਸ਼ਨ ਹੋ ਗਈ, ਡਿਸਪਨੋਰੀਆ, ਈਵਨ ਕਿ PCOD ਹੋ ਗਈ ਲੇਡੀਜ਼ ਨੂੰ। ਹੁਣ ਤੁਸੀਂ ਆਹ ਦੇਖੋ, ਇਹ ਜਿੰਨੇ ਵੀ ਸਾਡੇ ਕੋਲ ਇਹ ਤੁਸੀਂ ਦੇਖ ਰਹੇ ਹੋ ਨਾ ਕੋਰੀਅਰ ਪੈਕ ਹੋ ਰਹੇ ਨੇਗੇ, ਇਹ ਸਾਰੇ ਸਾਡੇ ਤੁਸੀਂ ਆਪਣੇ ਐਮਾਜ਼ੋਨ ਰਾਹੀਂ, ਫਲਿੱਪਕਾਰਟ ਰਾਹੀਂ, ਟਾਟਾ 1mg ਰਾਹੀਂ, ਇਹ ਸਾਰੇ ਕੋਰੀਅਰ ਪੈਕ ਹੋ ਕੇ ਸਾਡੇ ਇਹ ਬਾਹਰ ਜਾਂਦੇ ਨੇ। ਮਤਲਬ ਕਿ ਬਾਹਰ ਬੈਠੇ ਲੋਕਾਂ ਨੂੰ ਵੀ ਦਵਾਈ ਮੰਗਵਾਉਣੀ ਓਨੀ ਆਸਾਨ ਹੈ ਜਿੰਨੀ ਕਿ ਲੁਧਿਆਣੇ ਬੈਠ ਕੇ ਆਸਾਨ ਹੈ। ਮੈਂ ਤਾਂ ਕਈ ਵਾਰ ਦੇਖਦਾ ਹੁੰਦਾ ਸ਼ੇਖਰ ਜੀ, ਲੰਡਨ ਦੇ ਵਿੱਚ, USA ਦੇ ਵਿੱਚ ਤੀਸਰੇ ਦਿਨ ਜਾਂ ਚੌਥੇ ਦਿਨ ਮੈਕਸੀਮਮ ਕੋਰੀਅਰ ਪਹੁੰਚ ਜਾਂਦਾ ਹੈ, ਕਿਉਂਕਿ ਅਸੀਂ DHL ਨਾਲ ਸਾਡਾ ਐਗਰੀਮੈਂਟ ਹੈਗਾ। ਲੇਕਿਨ ਲੁਧਿਆਣੇ ਦਵਾਈ ਪਹੁੰਚਦੇ ਨੂੰ ਇੱਕ ਹਫ਼ਤਾ ਲੱਗ ਜਾਂਦਾ ਹੈ। ਅੱਛਾ ਜੀ। ਕਿਉਂਕਿ ਇੱਥੇ ਦੇ ਇੱਕ ਸਿਸਟਮ ਉਹੀ ਅੰਗਰੇਜ਼ਾਂ ਵੇਲੇ ਦੇ ਚੱਲੇ ਹੋਏ ਨੇ। ਤੁਹਾਨੂੰ ਪਤਾ ਵੀ ਜੇ ਤੁਸੀਂ ਅੱਜ ਕੋਈ ਹੋਰ ਮੈਡੀਸਨ ਭੇਜਣੀ ਹੈ ਜਾਂ ਕੋਰੀਅਰ ਭੇਜਣਾ ਹੈ, ਉਹ ਪਹਿਲਾਂ ਤਾਂ ਜੇ ਤੁਸੀਂ ਸਪੀਡ ਪੋਸਟ 'ਤੇ ਭੇਜਦੇ ਹੋ, ਪਹਿਲਾਂ ਤਾਂ ਉਹ ਅੰਬਾਲੇ ਜਾਏਗਾ, ਫਿਰ ਉਹ ਡਿਵੀਜ਼ਨ ਫਿਰੋਜ਼ਪੁਰ ਜਾਏਗਾ, ਫਿਰ ਹੋਰ ਜਾਏਗਾ। ਦੇਖੋ, ਮੈਨੂੰ ਤਾਂ ਹੈਰਾਨੀ ਹੈ ਦੁਨੀਆ ਕਿੱਥੇ ਪਹੁੰਚ ਗਈ ਹੈ, ਲੇਕਿਨ ਸਾਡਾ ਉਹ ਸਿਸਟਮ ਜਿਹੜਾ ਉੱਥੇ ਹੀ ਖੜਾ ਹੈਗਾ। ਇਹ ਤੁਹਾਨੂੰ ਫੈਕਟ ਦੱਸ ਰਿਹਾ। ਪਰ ਵਿਦੇਸ਼ ਜਾਣ ਲਈ ਜਿਹੜਾ ਹੁਣ ਹੈ ਉਹ ਐਡਵਾਂਸ ਹੋ ਗਿਆ ਸਾਰਾ। ਇਹ DHL ਜਿੰਨੀਆਂ ਏਜੰਸੀਆਂ ਨੇ ਨਾ ਜੀ, ਇਹਨਾਂ ਨੇ, ਔਰ ਹਾਂ ਇਹ ਜ਼ਰੂਰ ਹੈ ਕਿ ਤੁਹਾਡੇ ਕੋਲ ਸਾਰੇ ਲਾਇਸੈਂਸ ਹੋਣੇ ਚਾਹੀਦੇ ਨੇਗੇ, ਸਾਰੀਆਂ ਮੈਡੀਸਨ ਦੇ ਤੁਹਾਡੇ ਕੋਲ ਲਾਇਸੈਂਸ ਹੋਣੇ ਚਾਹੀਦੇ ਨੇਗੇ, ਜਿਵੇਂ FDE ਦਾ ਲਾਇਸੈਂਸ ਹੈ, ਬਾਹਰ ਭੇਜਣ ਦੇ, ਬਾਹਰ ਉਹ ਕਸਟਮ ਕਲੀਅਰੈਂਸ ਵਾਸਤੇ ਉਹ ਅਸੀਂ ਸਾਰੇ ਸਾਡੇ ਕੋਲ। ਦੇਖੋ, ਮੇਰੇ ਦੋਨੋਂ ਬੱਚੇ ਪੋਸਟ ਗ੍ਰੈਜੂਏਟ ਨੇ, ਮੈਂ ਖੁਦ ਕੁਆਲੀਫਾਈਡ ਵੈਦ ਹਾਂ, ਤੇ ਇੰਨੀ ਦੇਰ ਤੋਂ ਪ੍ਰੈਕਟਿਸ ਕਰ ਰਹੇ ਹਾਂ। ਇੱਕ ਚੀਜ਼ ਦਾ ਸਾਨੂੰ ਪਤਾ ਹੈਗਾ ਕਿ ਕਿੰਨੀ ਡੋਜ਼ ਕਿੱਥੇ ਕਿਵੇਂ ਪਹੁੰਚਾਉਣੀ ਹੈ, ਕਿੰਨੇ ਬੱਚੇ ਨੂੰ ਕਿਹੜੀ ਦਵਾਈ ਹਾਰਮਫੁੱਲ ਹੈ, ਕਿਵੇਂ, ਉਹ ਹਰੇਕ ਚੀਜ਼ ਜਦੋਂ ਜਾਂਦੀ ਹੈ। ਅਸੀਂ ਸ਼ੇਖਰ ਜੀ ਹਰੇਕ ਡਿਜ਼ੀਜ਼ ਵਾਸਤੇ ਡੂਜ਼ ਐਂਡ ਡੋਂਟਸ ਦਾ ਉਹ ਪੈਂਫਲੇਟ ਬਣਾਏ ਹੋਏ ਨੇ। ਜਿਵੇਂ ਮੰਨ ਲਓ ਕੋਈ ਕਫਾ ਦਾ ਪੇਸ਼ੈਂਟ ਹੈ, ਉਹਨੇ ਕੀ ਖਾਣਾ ਹੈ, ਕੀ ਨਹੀਂ ਖਾਣਾ, ਉਹ ਵੀ ਬਣਾਏ ਹੋਏ ਨੇਗੇ। ਮੈਂ ਤੁਹਾਨੂੰ ਹੁਣੇ ਦਿਖਾਉਣਾ, ਉਹ ਸਾਡੇ ਜਿਹੜੇ ਉਹ ਨੇਗੇ, ਉਹ ਜਿਹੜੇ ਨੇ ਨਾ ਜੀ, ਬਾਤ, ਪਿੱਤ ਔਰ ਕਫ, ਤਿੰਨਾਂ ਵਾਸਤੇ ਅਸੀਂ ਜਿਹੜੇ ਨੇਗੇ ਉਹ ਡਾਈਟ ਚਾਰਟ ਬਣਾਏ ਹੋਏ ਨੇਗੇ ਜੀ। ਉਹ ਜਦੋਂ ਅਸੀਂ ਪੇਸ਼ੈਂਟ ਨੂੰ ਨਾਲ ਉਹ ਭੇਜ ਦਿਆਂਗੇ, ਅਤੇ ਉਹਨੂੰ ਅੱਧਾ ਤਾਂ ਦੇਖੋ ਬੰਦਾ ਉਦੋਂ ਹੀ ਠੀਕ ਹੋ ਜਾਂਦਾ, ਜਿਹਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਖਾਂਸੀ ਹੈ, ਮੈਂ ਖੱਟਾ ਨਹੀਂ ਖਾਣਾ, ਮੈਂ ਦਹੀਂ ਨਹੀਂ ਖਾਣਾ,
ਜੇ ਪਰਹੇਜ਼ ਪ੍ਰੋਪਰ ਹੋ ਜੇ ਤਾਂ ਫਿਰ ਤਾਂ ਦੁਬਾਰਾ ਹੁੰਦੀ ਨਹੀਂ ਪ੍ਰੋਬਲਮ। ਹਾਂਜੀ ਹਾਂਜੀ, ਸੋ ਉਹ ਵੀ ਜਿਹੜਾ ਹੈ ਨਾ ਜੀ, ਮੈਂ ਤੁਹਾਨੂੰ ਹੁਣੇ ਦਿਖਾਉਣਾ ਉਹ ਕਹਿਣ ਦੀਆਂ ਗੱਲਾਂ ਨੇ। ਮੈਂ ਦਰਸ਼ਕਾਂ ਨੂੰ ਵੀ ਇੱਥੇ ਦੱਸਣਾ ਚਾਹੁੰਦਾ ਕਿ ਕਈ ਵਾਰ ਕਿਉਂਕਿ ਅਸੀਂ ਵੀ ਇਨਸਾਨ ਹੈ, ਕਈ ਵਾਰ ਸਾਨੂੰ ਵੀ ਪ੍ਰੋਬਲਮਸ ਹੁੰਦੀਆਂ ਨੇ। ਪਰਹੇਜ਼ ਕਈ ਵਾਰ ਕਹਿੰਦੇ ਹੁੰਦੇ ਆ ਪਰ ਕਰ ਨਹੀਂ ਪਾਉਂਦੇ ਹੁੰਦੇ। ਪਰ ਵੈਦ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਦੇਖੋ ਜੇ ਪਰਹੇਜ਼ ਕਿਹਾ ਤਾਂ ਕਰਨਾ ਪਏਗਾ, ਹੈ ਨਾ। ਵੈਦ ਸਾਹਿਬ ਇੱਧਰ ਹੀ ਸਾਈਡ ਆ ਕੇ ਗੱਲ ਕਰਦੇ, ਇੱਥੇ ਥੋੜੀ ਲਾਈਟ ਹੈਗੀ। ਹਾਂਜੀ ਹਾਂਜੀ ਹਾਂਜੀ, ਦੇਖੋ ਗੱਲ ਪਤਾ ਕੀ ਹੈ ਜੀ, ਜੇ ਤੁਸੀਂ ਪ੍ਰੀਕਾਸ਼ਨ ਠੀਕ ਰੱਖ ਲਓਗੇ ਜੀ, ਜੇ ਮੈਂ ਹੁਣ ਤੁਹਾਨੂੰ ਦਹੀਂ ਦੀ ਗੱਲ ਦੱਸ ਰਿਹਾ ਸੀ, ਆਮ ਤੌਰ ਤੇ ਕੀ ਹੁੰਦਾ ਹੈਗਾ ਕਿ ਐਸਿਡਿਟੀ ਹੁੰਦੀ ਹੈ, ਲੋਕ ਕਹਿੰਦੇ ਵੀ ਦਹੀਂ ਖਾ ਲਓ, ਉਹ ਐਸਿਡਿਕ ਹੈ, ਉਹ ਬਲਕਿ ਐਸਿਡਿਟੀ ਨੂੰ ਹੋਰ ਵਧਾ ਦਿੰਦਾ ਹੈ। ਸੇਮ ਕਫ ਦੀ ਪ੍ਰੋਬਲਮ ਅੱਜ ਕੱਲ੍ਹ ਦੇਖੋ, ਖਾਂਸੀ ਜ਼ੁਕਾਮ ਲੋਕਾਂ ਨੂੰ ਲੱਗਿਆ ਹੋਏਗਾ, ਅਤੇ ਉਹਦੇ ਵਿੱਚ ਜੇ ਰੇਸ਼ੇ ਵਾਲੀ ਚੀਜ਼ਾਂ, ਅਰਬੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਦਵਾਈ ਲੈਂਦੇ ਰਹਿਣਗੇ, ਜਾਂ ਇਸ ਤਰ੍ਹਾਂ ਵੈਜੀਟੇਬਲਸ ਫਰੂਟਸ ਖੱਟੇ ਫਰੂਟ ਖਾਈ ਜਾਣਗੇ। ਮੈਂ ਤੁਹਾਨੂੰ ਗੱਲ ਕਰ ਰਿਹਾ ਡਾਈਟ ਚਾਰਟ ਦੀ, ਇਹ ਦੇਖੋ ਸਾਡੇ ਕੋਲ, ਇਹ ਹੁਣ ਪਿੱਤਾ ਡਾਈਟ ਚਾਰਟ ਹੈ। ਓਕੇ, ਜਿਨ੍ਹਾਂ ਨੂੰ ਗਰਮੀ ਨਾਲ ਰਿਲੇਟਡ ਪ੍ਰੋਬਲਮ ਹੈ, ਉਹਦੇ ਵਿੱਚ ਦੇਖੋ ਕਲੀਅਰ ਲਿਖਿਆ ਹੈਗਾ ਡੂਜ਼ ਐਂਡ ਡੋਂਟਸ। ਓਕੇ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਥੋੜਾ ਜਿਹਾ ਦਰਸ਼ਕਾਂ ਨੂੰ ਇੱਧਰ ਨੂੰ ਕਰਕੇ ਦਿਖਾ ਦਿੰਦਾ ਲਾਈਟ ਦੇ ਵਿੱਚ ਪ੍ਰੋਪਰਲੀ। ਹਾਂਜੀ ਹਾਂਜੀ, ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ। ਇਹ ਹੁਣ ਬਾਤਾ ਡਾਈਟ ਚਾਰਟ ਹੈ, ਠੀਕ ਹੈ ਜੀ। ਨਾਲ ਤੁਸੀਂ ਪੇਸ਼ੈਂਟਸ ਨੂੰ ਨਾਲ ਦੇ ਦਿਓ? ਅਸੀਂ ਨਾਲ ਦਿੰਦੇ ਹਾਂ ਜੀ। ਈਵਨ ਕਿ ਜਿਹੜੇ ਬਾਹਰ ਪੇਸ਼ੈਂਟ ਵੀ, ਉਹਨਾਂ ਨੂੰ ਵੀ ਅਸੀਂ ਨਾ ਜੀ ਉਹਦੇ ਆ ਦੇਖੋ ਜਿਹੜਾ ਸਾਡਾ ਬਾਹਰਲਾ ਇਹ ਪਿਆ ਹੈਗਾ ਸਾਡਾ, ਇਹ ਉਹਦੇ ਉੱਪਰ ਦੇਖੋ ਸਾਰੇ ਸਾਡੀ ਨਾ ਜੀ, ਸਾਡੀ ਫੈਮਿਲੀ ਟਰੀ ਸਰ ਲੱਗਿਆ ਹੋਏਗਾ। ਅਸੀਂ ਇਹਨੂੰ ਨਾ ਜੀ ਮੰਨ ਲਓ ਇਹਦੇ ਵਿੱਚ ਇਹ ਡਾਈਟ ਚਾਰਟ ਪਾ ਕੇ ਭੇਜ ਦਿਆਂਗੇ। ਜੇ ਮੰਨ ਲਓ ਕਿਸੇ ਵੀ ਕਫ ਵਾਲਾ ਹੈ, ਉਹਨੂੰ ਕਫ ਦਾ ਡਾਈਟ ਚਾਰਟ ਪਾ ਕੇ ਭੇਜ ਦਿਆਂਗੇ, ਤਾਂ ਕਿ ਪੇਸ਼ੈਂਟ ਇਹਨੂੰ ਫਿਰ ਪੜ੍ਹੇ। ਉਹ ਅੱਧਾ ਤਾਂ ਜਦੋਂ ਉਹਨੂੰ ਪਤਾ ਲੱਗ ਜਾਏ ਵੀ ਉਹ ਮੈਨੂੰ ਤਾਂ ਖੱਟਾ ਮਨਾ ਹੈਗਾ ਅਤੇ ਮੈਂ ਤਾਂ ਖੱਟੇ ਗ੍ਰੇਪਸ ਖਾਈ ਜਾ ਰਿਹਾ, ਜਾਂ ਮੈਂ ਤਾਂ ਖੱਟੇ ਫਰੂਟਸ ਖਾਈ ਜਾ ਰਿਹਾ। ਅੱਛਾ, ਇੱਦਾਂ ਹੁੰਦਾ ਵੀ ਹੈ ਵੈਦ ਸਾਹਿਬ ਕਈ ਵਾਰ ਜਿਹੜੇ ਡਾਕਟਰ ਨੇ ਜਾਂ ਵੈਦ ਨੇ ਜੋ ਦੱਸਦੇ ਨੇ ਕਿ ਆਹ ਚੀਜ਼ ਦਾ ਤੁਸੀਂ, ਵੈਸੇ ਡਾਕਟਰਸ ਘੱਟ ਹੀ ਦੱਸਦੇ ਆ, ਉਹ ਤੇ ਸਿੱਧੀ ਦਵਾਈ ਦੇ ਕੇ ਤੁਹਾਨੂੰ ਤੋਰ ਦਿੰਦੇ, ਅਤੇ ਵੈਦ ਦੱਸਦੇ ਨੇ ਕਿ ਕੀ ਖਾਣਾ ਕੀ ਨਹੀਂ ਖਾਣਾ, ਉਹ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਸੋ ਇਹ ਵਧੀਆ ਤਰੀਕਾ ਹੈ ਕਿ ਬਾਅਦ ਦੇ ਵਿੱਚ ਵੀ ਤੁਸੀਂ ਜਦੋਂ, ਜੇ ਤੁਹਾਨੂੰ ਯਾਦ ਨਾ ਵੀ ਰਹੇ ਤਾਂ ਤੁਸੀਂ ਇਹਨੂੰ ਦੇਖ ਕੇ ਆਪਣਾ ਖਾਣਾ ਡਿਸਾਈਡ ਕਰ ਸਕਦੇ ਹੋ ਕਿ ਕੀ ਖਾਣਾ ਹੈ। ਜੀ ਇਹ 'ਚ ਨਾ ਜਨਰਲ ਪੁਆਇੰਟਸ ਵੀ ਦਿੱਤੇ ਹੋਏ ਨੇ। ਮੈਂ ਤੁਹਾਨੂੰ ਦੱਸਾਂ, ਆਮ ਤੌਰ 'ਤੇ ਡਾਕਟਰ ਦੁੱਧ ਮਨਾ ਕਰ ਦਿੰਦੇ ਨੇ ਵੀ ਜੀ ਮਿਲਕ ਪ੍ਰੋਡਕਟ ਜਾਂ ਮਿਲਕ ਨਹੀਂ ਲੈਣਾ ਤੁਹਾਨੇ, ਜਦ ਕਿ ਆਯੁਰਵੇਦ ਦੇ ਅਨੁਸਾਰ, ਆਯੁਰਵੇਦ ਸਾਇੰਸ ਦੇ ਮੁਤਾਬਕ ਇਹ ਜਿਹੜੇ ਸਾਡੀ ਨੈਚੁਰਲ ਡਾਈਟ ਹੈ, ਇਹ ਸਾਡੇ ਵਾਸਤੇ ਰਸਾਇਣ ਆਕਸੀਜਨ ਦਾ ਕੰਮ ਕਰਦੇ ਨੇ। ਜੇ ਅਸੀਂ ਦੁੱਧ ਘੀ ਜਿੰਨਾ ਅਸੀਂ ਡਾਈਜੈਸਟ ਕਰ ਸਕਦੇ ਹਾਂ, ਜਿੰਨਾ ਕੁ ਅਸੀਂ ਸੈਰ ਕਰਦੇ ਹਾਂ, ਜਿੰਨਾ ਕੁ ਵਿਆਮ ਕਰਦੇ ਹਾਂ, ਜਿੰਨਾ ਕੁ ਵਰਕ ਕਰਦੇ ਹਾਂ, ਅਗਰ ਡਰਾਈ ਫਰੂਟਸ, ਇਹ ਮਿਲਕ ਪ੍ਰੋਡਕਟ ਅਸੀਂ ਇਹਨਾਂ ਨੂੰ ਬੈਲੈਂਸ ਤਰੀਕੇ ਨਾਲ ਲੈਂਦੇ ਰਹੀਏ, ਇਹ ਸਾਡੇ ਲਈ ਬਲਕਿ ਤਾਕਤ ਦਾ ਕੰਮ ਕਰਦੇ ਨੇ। ਅਸੀਂ ਉਹ ਬਕਾਇਦਾ ਨਾ ਜੀ ਸਾਰਾ ਰੈਫਰੈਂਸ ਦੇ ਕੇ, ਬੁੱਕਸ ਦਾ, ਚਰਕ ਸੰਹਿਤਾ ਦਾ, ਸ਼ੁਸ਼ਰ ਸੰਹਿਤਾ ਦਾ, ਸਭ ਅਸੀਂ ਪੂਰੇ ਬਹੁਤ ਮਿਹਨਤ ਕਰਦੇ ਨੇ। ਮੇਰੇ ਬੱਚੇ, ਮੈਂ ਗੱਲ ਕਰਾਂ, ਮੇਰੇ ਵਾਸਤੇ ਤਾਂ ਇਹ ਔਖਾ ਸੀ, ਲੇਕਿਨ ਇਹ ਦੋਨੋਂ ਨੇ MD ਕਰੀ ਹੈ ਬੱਚਿਆਂ ਨੇ, ਮੇਰੇ ਨੇ ਬੇਟੀ ਮੇਰੀ ਪੜ੍ਹਾ ਰਹੀ ਹੈ ਜਲੰਧਰ ਆਯੁਰਵੈਦਿਕ ਕਾਲਜ ਦੇ ਵਿੱਚ, ਅਤੇ ਬੇਟਾ ਬਹੁਤ ਮਿਹਨਤ ਕਰਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਾਰਾ ਇਹ ਜਿਹਨੇ ਲਿੰਕਸ ਬਣਾਏ ਨੇਗੇ, ਹੁਣ ਤੋਂ ਬੁੱਕਸ ਵੀ ਲਿਖ ਰਿਹਾ ਪੰਚਕਰਮਾਂ ਦੇ ਉੱਪਰ। ਇਹ ਸਾਰਾ ਜਿਹੜਾ ਹੈ ਇਸ ਲਈ ਕਿ ਲੋਕਾਂ 'ਚ ਅਵੇਅਰਨੈਸ ਹੋਵੇ, ਲੋਕ ਇਹਨੂੰ ਅਨਸਾਇੰਟੀਫਿਕ ਨਾ ਸਮਝਣ। ਇਹ ਇੱਕ ਉਹ ਸਾਇੰਸ ਹੈ ਜਿਹੜੀ ਕਿ ਯਥਾਰਥ ਸਾਡੀ ਕਾਇਆ ਨਾਲ ਜੁੜੀ ਹੋਈ ਹੈ, ਜਿਹੜੀ ਸਾਡੇ ਸਰੀਰ ਨੂੰ ਸਵਸਥ ਰੱਖਣ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਉਪਯੋਗੀ ਹੈ। ਤੁਸੀਂ ਦੇਖੋ, ਹੁਣ ਤਾਂ ਮੈਂ ਕਿਸੇ ਪੋਲੀਟੀਸ਼ਨ ਦਾ ਜਾਂ ਕਿਸੇ ਲੀਡਰ ਦਾ ਕਿਉਂ ਨਾਂ ਲਵਾਂ, ਉਹ ਜਦੋਂ ਵੀ ਹੁਣ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਭੱਜਦੇ ਨੇ ਨਾ ਇਹ ਪੰਚਕਰਮਾ ਸੈਂਟਰਾਂ ਨੂੰ, ਕੇਰਲਾ ਦੇ ਵਿੱਚ, ਬੈਂਗਲੌਰ ਵੱਲ ਨੂੰ। ਲੇਕਿਨ ਅਸੀਂ ਅੱਜ ਉਹੀ ਫੈਸਿਲਿਟੀ ਜੋ ਉੱਥੇ ਪੰਚਕਰਮਾ ਸੈਂਟਰ ਦੀ ਫੈਸਿਲਿਟੀ ਹੈ, ਉਹ ਅਸੀਂ ਚੰਡੀਗੜ੍ਹ ਦੇ ਵਿੱਚ ਆਪਦੇ 3 ਸੈਂਟਰ 'ਤੇ। ਕਿਆ ਬਾਤ ਹੈ। ਸੋ ਵੈਦ ਸਾਹਿਬ ਦੀ ਲੀਚ ਥੈਰੇਪੀ ਜਿਹੜੀ ਆ ਉਹ ਬਹੁਤ ਜ਼ਿਆਦਾ ਫੇਮਸ ਹੋਈ, ਅਤੇ ਮੈਂ ਚਾਹਾਂਗਾ ਕਿ ਮੈਂ ਉਸ ਲੀਚ ਨੂੰ ਜ਼ਰੂਰ ਦੇਖਾਂ, ਅਤੇ ਉਸਦੇ ਨਾਲ ਜਿਹੜਾ ਹੈਗਾ ਅਸੀਂ ਤੁਹਾਡੇ ਤੋਂ ਇਜਾਜ਼ਤ ਵੀ ਲਵਾਂਗੇ। ਇਹ ਦੇਖੋ ਜਿਹੜੀ ਇਹ ਲੀਚਸ ਨੇਗੀਆਂ, ਹੁਣ ਇਹ ਲੀਚ ਥੈਰੇਪੀ ਇੰਨੀ ਕੁ ਪਾਪੂਲਰ ਹੋਈ ਆ, ਦੇਖੋ ਅਸੀਂ ਤਾਂ 4-5 ਸਾਲ ਤੋਂ ਇਹ ਥੈਰੇਪੀ ਯੂਜ਼ ਕਰ ਰਹੇ ਹਾਂਗੇ, ਔਰ ਇਹਦੇ ਬਾਰੇ ਲੋਕ ਜਾਣਦੇ ਵੀ ਨੇ। ਲੋਕ ਸਿੱਧਾ ਸਾਨੂੰ ਸਵਾਲ ਕਰਦੇ, ਹਾਂ ਜੀ ਬਚਪਨ ਦੇ ਵਿੱਚ ਸਾਡੇ ਮੱਝਾਂ ਨਵਾਉਣ ਜਾਂਦੇ ਸੀ ਟੋਭਿਆਂ ਦੇ ਵਿੱਚ, ਹਾਂ ਉੱਥੇ ਜੀ ਲੀਚ, ਲੇਕਿਨ ਉਹ ਤੇ ਇਹ ਲੀਚ ਡਿਫਰੈਂਟ ਹੈ। ਇਹ ਮੈਡੀਕੇਟਡ ਲੀਚ ਨੇਗੀਆਂ, ਇਹ ਕਲਟੀਵੇਟ ਕੀਤੀਆਂ ਜਾਂਦੀਆਂ ਨੇਗੀਆਂ। ਉਹ ਟੌਕਸਿਕ ਵਾਲੀਆਂ ਲੀਚ ਹੁੰਦੀਆਂ ਨੇ, ਉਹ ਬਲੈਕ ਕਲਰ ਦੀ ਹੁੰਦੀ ਹੈ। ਇਹ ਤੁਸੀਂ ਦੇਖੋ, ਇਹ ਗ੍ਰੀਨਿਸ਼ ਔਰ ਬਰਾਊਨ ਕਲਰ ਦੀ ਹੈ ਜੀ। ਇਹਦਾ ਕੋਈ ਦੁਸ਼ਪ੍ਰਭਾਵ ਜਾਂ ਸਾਈਡ ਇਫੈਕਟ ਨਹੀਂ ਹੈ। ਇੱਕ ਤੁਸੀਂ ਇਹ ਦੇਖੋ ਵੀ ਇਹ ਕਿਸ ਤਰ੍ਹਾਂ ਦਾ ਜੀਵ ਬਣਾਇਆ ਹੈ ਨੇਚਰ ਨੇ। ਅਸੀਂ ਮੰਨ ਲਓ ਕਿਸੇ ਦੇ ਵੀ ਲਗਾਉਂਦੇ ਹਾਂ ਜੀ ਟੌਕਸ ਕੱਢਣ ਵਾਸਤੇ, ਜਦੋਂ ਇਹਨੇ ਸਿਰਫ ਗੰਦਾ ਖੂਨ ਹੀ ਕੱਢਣਾ ਹੈ। ਜੇ ਮੰਨ ਲਓ ਕਿਸੇ ਐਸੇ ਨਰਵ 'ਤੇ, ਐਸੇ ਆਰਟਰੀ 'ਤੇ ਕਿਸੇ ਵੀ ਲੱਗੀ ਹੈ ਇਹ, ਜਿੱਥੇ ਕਿ ਅੱਛਾ ਖੂਨ ਹੈ, ਇਹ ਖੂਨ ਇਹਨੇ ਲੈਣਾ ਬੰਦ ਕਰ ਦੇਣਾ। ਅੱਛਾ ਜੀ। ਜਿਹੜਾ ਟੌਕਸਿਕ ਜਾਂ ਗੰਦਾ ਖੂਨ ਹੈਗਾ, ਇਹ ਲੀਚ ਨੇ ਉਸ ਨੂੰ ਕੱਢਣਾ ਹੈਗਾ।
ਕੀ ਬਾਤ। ਔਰ ਇੰਨੇ ਅੱਛਾ ਹੁਣ ਇਹ ਪਪੂਲਰ ਕਿਵੇਂ ਹੋਈ ਜੀ, ਇਹ 6 ਮਹੀਨੇ ਪਹਿਲਾਂ ਤੁਹਾਡੇ ਵਰਗੇ ਦੋਸਤ ਕੋਈ ਇਹਦਾ ਕਵਰ ਕਰਕੇ ਲੈ ਗਏ ਇੱਥੇ, ਜੀ। ਅਸੀਂ ਉਹਨਾਂ ਨੂੰ ਲਾਈਵ ਇੱਕ ਪੇਸ਼ੈਂਟ ਨੂੰ ਕਵਰ ਕਰਾਇਆ ਜੀ। ਮੈਂ ਬੜਾ ਹੀ ਹੈਰਾਨ ਹੋਇਆ ਸ਼ੇਖਰ ਜੀ, ਸ਼ਾਮ ਤੱਕ 19 ਲੱਖ ਲੋਕਾਂ ਨੇ ਉਹਨੂੰ ਦੇਖਿਆ ਔਰ ਸਾਨੂੰ ਇੰਨੇ ਕੁ ਫੋਨ ਆ ਗਏ ਕਿ ਅਸੀਂ ਫੋਨ ਸੁਣਦੇ ਪਾਗਲ ਹੋ ਗਏ। ਔਰ ਉਸ ਤੋਂ ਬਾਅਦ ਲੇਕਿਨ ਅੱਛੀ ਗੱਲ ਇਹ ਹੈ ਕਿ ਜਿੰਨੇ ਲੋਕ ਉਹ ਦੇਖ ਕੇ ਸਾਡੇ ਕੋਲ ਲੀਜ਼ ਟ੍ਰੀਟਮੈਂਟ ਲੈ ਰਹੇ ਨੇ ਜਾਂ ਲੈ ਕੇ ਚਲੇ ਗਏ ਨੇ, ਜਿਨ੍ਹਾਂ ਦਾ ਕੋਰਸ ਪੂਰਾ ਹੋ ਗਿਆ, ਬਹੁਤ ਇਫੈਕਟਿਵ ਹੈ। ਮੈਂ ਕਹਿ ਸਕਦਾ ਵੀ ਇਹਦੇ ਵਿੱਚ -1 ਪੁਆਇੰਟ ਵੀ ਇਹਦੇ 'ਚ ਇਹ ਨਹੀਂ ਵੀ ਕਿ ਕਿਸੇ ਨੂੰ ਅਫੈਕਟ ਨਾ ਹੋਵੇ। ਹੈਮੀਪਲੀਜੀਆ ਦੇ, ਪੈਰਾਲਾਈਸਿਸ ਦੇ, ਨਮਨੈਸ ਹੱਥਾਂ ਦੇ ਵਿੱਚ ਜਿਹਨਾਂ ਦੇ ਜਿਹੜਾ ਨਮਨੈਸ ਆ ਗਈ ਜਾਂ ਉਹਨਾਂ ਦੇ ਸੁੰਨ ਹੋਣ ਲੱਗ ਗਏ, ਪੈਰਾਂ ਦੀਆਂ ਉਂਗਲੀਆਂ ਹੈ ਜੀ, ਜਾਂ ਡਾਇਬਟਿਕ ਪੇਸ਼ੈਂਟ ਨੇ ਜਿਹੜੇ ਉਹਨਾਂ ਦੇ ਵੀਕਨੈਸ ਆ ਜਾਂਦੀ ਹੈ ਜਦੋਂ ਅਸੀਂ ਉਸ ਏਰੀਏ ਦੇ ਵਿੱਚ ਲੀਚ ਲਗਾਉਣੇ ਹੈਗੇ। ਸੋਰਾਇਸਿਸ ਦੇ ਤਾਂ ਪੇਸ਼ੈਂਟ ਬਹੁਤ ਹੀ ਠੀਕ ਕਰਦੀਆਂ ਨੇ, ਇਹ ਬਹੁਤ ਇਫੈਕਟਿਵ ਟ੍ਰੀਟਮੈਂਟ ਹੈਗਾ। ਕੀ ਬਾਤ ਹੈ। ਸੋ ਇੱਥੇ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਵੈਦ ਸਾਹਿਬ ਨਾਲ ਤੇ ਮਿਲਦੇ ਰਹਿੰਦੇ ਹੋ। ਅੱਜ ਅਸੀਂ ਤੁਹਾਨੂੰ ਉਹਨਾਂ ਦਾ ਸੈਂਟਰ ਵੀ ਦਿਖਾਇਆ ਔਰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਦਵਾਈਆਂ ਵੀ ਤਿਆਰ ਹੋ ਰਹੀਆਂ ਨੇ, ਦਵਾਈਆਂ ਕਿਸ ਤਰੀਕੇ ਨਾਲ ਤੁਹਾਡੇ ਤੱਕ ਵੀ ਪਹੁੰਚਦੀਆਂ ਨੇ ਆਸਾਨੀ ਨਾਲ, ਔਰ ਉਸ ਦੇ ਨਾਲ ਪੰਚਕਰਮਾ ਕੀ ਹੈ ਔਰ ਕਿਸ ਤਰੀਕੇ ਨਾਲ ਹੁੰਦਾ, ਸਾਰਾ ਕੁਝ ਤੁਸੀਂ ਇੱਥੇ ਦੇਖਿਆ। ਸੋ ਜੇਕਰ ਤੁਹਾਨੂੰ ਵੀ ਕੋਈ ਇੱਦਾਂ ਦੀ ਲੋੜ ਮਹਿਸੂਸ ਹੁੰਦੀ ਹੈ, ਕੋਈ ਟ੍ਰੀਟਮੈਂਟ ਤੁਹਾਨੂੰ ਚਾਹੀਦਾ, ਸੋ ਬੇਝਿਜਕ ਵੈਦ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦੇ ਨੰਬਰ ਜਿਹੜੇ ਆ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ। ਚੰਡੀਗੜ੍ਹ ਆਯੁਰਵੇਦ ਤੇ ਪੰਚਕਰਮਾ ਸੈਂਟਰ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਜੇ ਤੁਸੀਂ ਬਾਹਰੋਂ ਆਉਣਾ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਔਰ ਟਾਈਮ ਫਿਕਸ ਕਰਕੇ ਵੀ ਮਿਲ ਸਕਦੇ ਹੋ ਵੈਦ ਸਾਹਿਬ, ਕਿਉਂਕਿ ਬਾਹਰੋਂ ਜਦੋਂ ਤੁਹਾਡੇ ਕੋਲ ਪੇਸ਼ੈਂਟਸ ਪਹੁੰਚਦੇ ਨੇ ਸੋ ਉਹਨਾਂ ਦਾ ਵੀ ਟਾਈਮ ਬੜਾ ਕੀਮਤੀ ਹੁੰਦਾ ਤੇ ਤੁਹਾਡਾ ਵੀ ਟਾਈਮ ਬੜਾ ਕੀਮਤੀ। ਨਹੀਂ ਜੀ, ਸਾਡੇ ਕੋਲ ਸ਼ੇਖਰ ਜੀ ਤੁਸੀਂ ਮੈਂ ਤੁਹਾਨੂੰ ਦੱਸਾਂ ਕਿ ਜਿੰਨੇ ਵੀ NREs ਨੇ ਜੀ, ਜਿਹੜੇ ਪੰਚਕਰਮਾ ਵਾਸਤੇ ਆਉਂਦੇ ਨੇ, ਸਾਡੇ ਕੋਲ ਉੱਥੋਂ ਟਾਈਮ ਆਪਦਾ ਸਲੋਟ ਬੁੱਕ ਕਰਾ ਕੇ ਆਉਂਦੇ ਨੇ। ਅਸੀਂ ਉਹਨਾਂ ਵਾਸਤੇ ਪ੍ਰਿਵਿਲੇਜ ਸੈਂਟਰ ਬਣਾਇਆ ਹੈ ਸੈਕਟਰ 22 ਦੇ ਵਿੱਚ ਜੀ, ਤਾਂ ਕਿ ਉਹਨਾਂ ਨੂੰ, ਕਿਉਂਕਿ ਉਹਨਾਂ ਦੀਆਂ ਬਾਕੀ ਅਪਾਇੰਟਮੈਂਟ ਬੜੀਆਂ ਹੁੰਦੀਆਂ ਨੇ, ਮੰਨ ਲਓ ਕਿਸੇ ਕੋਲ 20 ਦਿਨ ਨੇ, 25 ਦਿਨ ਨੇ, 1 ਮਹੀਨਾ ਹੈ, ਕੋਈ ਮੈਰਿਜ ਵੀ ਅਟੈਂਡ ਕਰਨੀ ਹੈ, ਕੋਈ ਬਰਥਡੇ ਅਟੈਂਡ ਕਰਨਾ ਹੈ, ਕਿਸੇ ਹੋਰ ਫੰਕਸ਼ਨਾਂ 'ਤੇ ਵੀ ਜਾਣਾ ਹੈ, ਅਸੀਂ ਉਹਨਾਂ ਦਾ ਟਾਈਮ ਬੜਾ ਐਕੂਰੇਟ ਰੱਖੀਦਾ ਔਰ ਤਾਂ ਕਿ ਉਹਨਾਂ ਦਾ ਟਾਈਮ ਬਿਲਕੁਲ ਖਰਾਬ ਨਾ ਹੋਵੇ। ਜਿਨ੍ਹਾਂ ਨੇ ਸਾਨੂੰ ਵੈਸੇ ਚੈੱਕ ਕਰਾਉਣਾ ਹੁੰਦਾ ਉਹ ਬਕਾਇਦਾ ਟਾਈਮ ਲੈ ਕੇ ਆਉਂਦੇ ਨੇਗੇ। ਅੱਛਾ, ਮੈਂ ਸੁਣਿਆ ਤੁਸੀਂ ਇੰਗਲੈਂਡ ਦੇ ਵਿੱਚ ਵੀ ਬਣਾਇਆ, ਲੰਡਨ ਦੇ ਵਿੱਚ ਵੀ ਬਣਾਇਆ ਆਪਣਾ ਆਫਿਸ। ਇਹ ਦੇਖੋ, ਇਹ ਵੀ ਇੱਕ ਕਹਿੰਦੇ ਜੀ ਉਹ ਬਾਈ ਚਾਂਸ ਹੁੰਦੀ ਹੈ ਗੱਲ। ਮੈਂ ਲੰਡਨ ਗਿਆ ਸਤੰਬਰ ਦੇ ਵਿੱਚ, ਤਾਂ ਉੱਥੇ ਮੈਂ ਦੇਖਿਆ ਕਿ ਲੋਕਾਂ ਨੂੰ, ਹਾਲਾਂਕਿ ਉੱਥੇ ਟ੍ਰੀਟਮੈਂਟ ਫ੍ਰੀ ਹੈ ਇੰਗਲੈਂਡ ਦੇ ਵਿੱਚ ਸਭ ਲੋਕਾਂ ਨੂੰ, ਪੂਰਾ ਟੋਟਲੀ ਫ੍ਰੀ ਹੈ। ਅੱਛਾ, ਉਸ ਦੇ ਬਾਵਜੂਦ ਉੱਥੇ ਐਂਗਜ਼ਾਇਟੀ ਦੇ, ਸਕਿਨ ਦੇ, ਇੰਡਾਈਜੈਸ਼ਨ ਦੇ, ਅਲਸਰੇਟਿਵ ਕੋਲਾਈਟਿਸ ਦੇ ਇੰਨੇ ਪੇਸ਼ੈਂਟ ਨੇ, ਉਹਨਾਂ ਨੂੰ ਕਿਤੇ ਕੋਈ ਆਰਾਮ ਨਹੀਂ ਹੋ ਰਿਹਾ। ਉਹ ਤਰ੍ਹਾਂ ਦੀਆਂ ਮੈਸਾਕੋਲ ਜਾਂ ਹੋਰ ਸਟੀਰੋਇਡ ਖਾ ਰਹੇ ਨੇ। ਅਤੇ ਮੈਂ ਬੜਾ ਇਸ ਚੀਜ਼ ਤੋਂ ਡਿਸਹਾਰਟਡ ਜਿਹਾ ਹੋਇਆ। ਔਰ ਖਾਸ ਤੌਰ 'ਤੇ ਆਪਣੇ ਲੋਕ, ਮੈਂ ਸਾਊਥ ਹਾਲ ਵੀ ਗਿਆ, ਪੰਜਾਬੀ ਲੋਕ, ਪਾਕਿਸਤਾਨੀ ਲੋਕ ਜਿਹੜੇ ਲੱਗੇ, ਉੱਥੇ ਲੋੜ ਹੈ। ਮੈਂ ਡਿਸਕਸ ਕਰਿਆ ਆਪਦੀ ਟੀਮ ਨਾਲ, ਉਹਦੇ ਬੇਟੇ ਨਾਲ, ਬੇਟੀ ਨਾਲ, ਤਾਂ ਫਿਰ ਅਸੀਂ ਉੱਥੇ ਸਾਰਾ ਪ੍ਰਮੋਸ਼ਨ ਜਾਂ ਆਪਦਾ ਦੱਸ ਕੇ ਅਸੀਂ ਉੱਥੇ ਛੋਟਾ ਜਿਹਾ ਸੈਂਟਰ ਲਿਆ। ਅਤੇ ਹੁਣ ਮੇਰਾ ਬੇਟਾ ਉੱਥੇ ਦਸੰਬਰ ਦੇ ਵਿੱਚ ਜਾ ਕੇ 10 ਦਿਨ OPD ਕਰਕੇ ਆਏਗਾ। ਜੋ ਸਾਨੂੰ ਉੱਥੇ ਰਿਸਪੌਂਸ ਮਿਲਿਆ, ਹਾਲਾਂਕਿ ਅਸੀਂ ਕੰਸਲਟੇਸ਼ਨ ਫ੍ਰੀ ਰੱਖੀ ਸੀ ਜੀ। ਮੇਰੇ ਬੇਟੇ ਨੇ 2 ਦਿਨ ਉੱਥੇ ਹੋਟਲ ਦੇ ਵਿੱਚ ਜਿਹੜਾ ਹੈ ਸੈਮੀਨਾਰ ਵੀ ਲੋਕਾਂ ਨੂੰ ਅਵੇਅਰ ਕਰਨ ਲਈ ਅਸੀਂ ਉਹਨੂੰ ਪ੍ਰਮੋਟ ਕਰਿਆ ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ, ਔਰ ਕਾਫੀ ਲੋਕ ਆਏ, ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਲੋਕ ਆਏ। ਅੱਛਾ ਜੀ। ਉਹਦਾ ਸਾਨੂੰ ਇਹ ਹੋਇਆ ਕਿ ਸਾਨੂੰ ਲੱਗਿਆ ਕਿ ਯਾਰ ਅਸੀਂ, ਇਹ ਵੀ ਸਾਡਾ ਇੱਕ ਫਰਜ਼ ਹੈਗਾ, ਜਿੱਥੇ ਸਾਡੇ ਲੋਕ ਬੈਠੇ ਨੇਗੇ ਜਾਂ ਜਿੱਥੇ ਜਿਸ ਚੀਜ਼ ਦੀ ਲੋੜ ਹੈ, ਆਯੁਰਵੇਦ ਦੀ ਲੋੜ ਹੈ, ਤਾਂ ਅਸੀਂ ਹੁਣ ਉਹ ਜਿਹੜਾ ਹੈ ਉੱਥੇ ਜਦੋਂ ਮੇਰਾ ਬੇਟਾ ਆਇਆ, ਫਿਰ ਅਸੀਂ ਉੱਥੇ ਦੀਆਂ ਜੋ ਫਾਰਮੈਲਿਟੀਜ਼ ਨੇ ਉਹ ਪੂਰੀਆਂ ਕਰਨੀਆਂ ਸ਼ੁਰੂ ਕਰੀਆਂ। ਅਤੇ ਹੁਣ ਅਸੀਂ ਸਾਡੀ ਹੈ ਜਿਹੜੀ ਉੱਥੇ CAC ਹਰਬਲ ਫਰਮ ਵੀ ਸਾਡੀ ਰਜਿਸਟਰਡ ਹੋ ਗਈ ਹੈ, ਔਰ ਈਲਿੰਗ ਦੇ ਵਿੱਚ ਅਸੀਂ ਉਹਦਾ ਆਫਿਸ ਵੀ ਖੋਲ੍ਹ ਲਿਆ। ਔਰ ਬਹੁਤ ਜਲਦੀ ਅਸੀਂ ਡਾਕਟਰ, ਪੰਚਕਰਮਾ ਥੈਰੇਪਿਸਟ, ਔਰ 2-3 ਮਹੀਨੇ ਬਾਅਦ ਮੈਂ, ਮੇਰਾ ਬੇਟਾ, ਬੇਟੀ, ਉਹ ਵੀ ਅਸੀਂ ਉੱਥੇ ਜਾਇਆ ਕਰਾਂਗੇ। ਔਰ ਔਨ ਡਿਮਾਂਡ ਹੁਣ, ਲੇਕਿਨ ਡੇਲੀ ਤੁਸੀਂ ਇਹ ਦੇਖੋ, ਸਾਨੂੰ ਉਹਦਾ OPD ਦਾ ਜਾਂ ਸਾਡੀ ਉਸ ਪ੍ਰਮੋਸ਼ਨ ਦਾ ਸਾਨੂੰ ਡੇਲੀ ਉੱਥੋਂ 2-4 ਵੀਡੀਓ ਕਾਲ ਔਰ 10-15-20 ਦੇ ਆਸ-ਪਾਸ ਵੀ ਜਿਹੜਾ ਹੈ ਉਹ ਕੋਰੀਅਰ ਇੰਗਲੈਂਡ ਜਾ ਰਹੇ ਨੇ। ਔਰ ਇੰਗਲੈਂਡ ਦੀ ਤੁਹਾਨੂੰ ਉਹੀ ਗੱਲ ਦੱਸਾਂ ਵੀ ਲੰਡਨ ਦੇ ਵਿੱਚ ਵੀ ਜਿਹੜਾ ਕੋਰੀਅਰ ਹੈ ਉਹ ਤੀਸਰੇ ਚੌਥੇ ਦਿਨ ਪਹੁੰਚ ਜਾਂਦਾ। ਕੀ ਬਾਤ ਹੈ। ਸੋ ਵੈਦ ਸਾਹਿਬ, ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ। ਜਿਵੇਂ ਆਯੁਰਵੇਦ ਜਿਹੜਾ ਹੈਗਾ ਉਹ ਅੱਗੇ ਵਧਣਾ ਔਰ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ, ਉਸ ਦੇ ਵਿੱਚ ਤੁਸੀਂ ਬਹੁਤ ਵੱਡਾ ਰੋਲ ਪਲੇ ਕਰ ਰਹੇ ਹੋ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਸਾਡੇ ਦਰਸ਼ਕਾਂ ਨਾਲ। ਧੰਨਵਾਦ ਜ਼ਰੂਰ ਕਰਾਂਗਾ ਕਿ ਤੁਸੀਂ ਟਾਈਮ ਕੱਢਿਆ ਅੱਜ, ਔਰ ਮੈਨੂੰ ਬੜਾ ਅੱਛਾ ਲੱਗਿਆ ਵੀ ਅੱਗੇ ਆਪਾਂ ਉੱਥੇ ਬੈਠ ਕੇ ਪ੍ਰੋਗਰਾਮ ਕਰਦੇ ਸੀਗੇ। ਅੱਜ ਤੁਸੀਂ ਕਿਹਾ ਵੀ ਜਿਹੜੇ ਤੁਸੀਂ ਰੋਜ਼ ਨਾਮ ਲੈਂਦੇ ਹੋ, ਬਾਤ, ਪਿੱਤ, ਕਾਫ, ਪੰਚਕਰਮਾ ਵੀ ਦੇਖ ਕੇ ਆਈਏ, ਅਤੇ ਮੈਨੂੰ ਬੜਾ ਚੰਗਾ ਲੱਗਿਆ। ਔਰ ਮੈਂ ਕੋਸ਼ਿਸ਼ ਕਰਾਂਗਾ ਵੀ ਅੱਗੇ ਵਾਸਤੇ ਵੀ ਜਿਹੜੀ ਕੋਈ ਤੁਹਾਨੂੰ ਮੇਰੇ ਸੈਂਟਰ 'ਤੇ ਇਹੋ ਜਿਹੇ ਮਰੀਜ਼ ਦਿਖਾਉਣ ਵਾਲੇ, ਮੰਨ ਲਓ ਲੀਚ ਥੈਰੇਪੀ ਵਾਲੇ ਨੇਗੇ ਜਿਹੜੇ ਠੀਕ ਹੋ ਰਹੇ ਨੇ, ਜਾਂ ਅਰਥਰਾਈਟਿਸ ਦੇ, ਕਰੋਨਿਕ ਅਰਥਰਾਈਟਿਸ ਪੇਸ਼ੈਂਟ, ਮੈਂ ਤੁਹਾਨੂੰ ਉਸ ਵੇਲੇ ਕਾਲ ਕਰਿਆ ਕਰਾਂਗਾ ਜੇ ਤੁਹਾਡੇ ਕੋਲ ਟਾਈਮ ਹੋਇਆ ਕਰੇਗਾ, ਆਪਾਂ ਉਹ ਵੀ ਕਵਰ ਕਰਕੇ ਦਰਸ਼ਕਾਂ ਨੂੰ ਭੇਜਿਆ ਕਰਾਂਗੇ। ਜੀ ਜ਼ਰੂਰ। ਔਰ ਮੈਂ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਸੋ ਵੈਦ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜੋ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ। ਔਰ ਜਿਹੜੇ ਲੋਕ ਇੰਡੀਆ ਆਉਣਾ ਚਾਹੁੰਦੇ ਨੇ ਉਹ ਵਿਜ਼ਿਟ ਵੀ ਕਰ ਸਕਦੇ ਨੇ ਇੱਥੇ। ਸੋ ਇਸੇ ਦੇ ਨਾਲ ਆਪਣਾ ਤੇ ਆਪਣਿਆਂ ਦਾ ਧਿਆਨ ਰੱਖੋ, ਅਤੇ ਉਸ ਦੇ ਨਾਲ ਦੇਖਦੇ ਰਹੋ ਹਮਦਰਦ TV। ਅਸੀਂ ਅਗਲੀ ਵਾਰ ਮਿਲਾਂਗੇ। ਸਤਿ ਸ਼੍ਰੀ ਅਕਾਲ।